ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੇਰੇ ਨਾਲ ਜੁੜ ਚੁੱਕੇ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ। ਵੈਲਕਮ, ਸਵਾਗਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ, ਧੰਨਵਾਦ ਜੀ। ਹੋਰ ਸੁਣਾਓ, ਠੀਕ ਹੋ? ਹਾਂ ਚਾਵਲਾ ਸਾਹਿਬ ਬਹੁਤ ਵਧੀਆ, ਠੀਕ ਆ। ਬੱਚੇ ਹੋਏ ਅਜੇ? ਬਲੋ ਜੀ, ਬੱਚੇ ਚਾਹੀਦਾ। ਕੋਰੋਨਾ ਵੈਸੇ ਘਟਿਆ ਪਹਿਲਾਂ ਤੋਂ ਘਟਿਆ, ਪਤਾ ਲੱਗਾ ਕਿ ਭਾਰਤ ਤਾਂ ਨਹੀਂ ਘਟਿਆ, ਪੰਜਾਬ ਤਾਂ ਮੌਤਾਂ ਵਧ ਰਹੀਆਂ ਨੇ, ਪੰਜਾਬ ਨਹੀਂ ਘਟਿਆ ਜੀ। ਆਲ ਓਵਰ ਭਾਰਤ ਵਿੱਚ ਜਿਹੜੀ ਦੂਜੀ ਲਹਿਰ ਦੀ ਜਿਹੜੀ ਹੈ ਮੱਠੀ ਪੈਣ ਦੀਆਂ ਕੁਝ ਖਬਰਾਂ ਨੇ, ਕੁਝ ਕੇਸ ਘਟੇ ਨੇ, ਚੰਗੀ ਗੱਲ ਹੈ। 4 ਲੱਖ ਤੋਂ 3,29,000 ਤੱਕ ਨਵੇਂ ਕੇਸ ਆਏ ਨੇ। ਚਲੋ ਅੱਜ ਇੰਨੇ ਘਟੇ ਨੇ, ਕੱਲ ਨੂੰ ਹੋਰ ਲੱਖ ਘਟੂਗਾ, ਉਦੋਂ ਬਾਅਦ ਹੋਰ ਲੱਖ ਘਟੂਗਾ, ਉਦੋਂ ਬਾਅਦ ਇਹਦਾ ਸਫਾਇਆ ਹੋ ਜਾਵੇਗਾ। ਇਹਦਾ ਰਵੇ ਕੱਖ ਨਾ, ਲੱਭਣਾ ਹੀ ਨਹੀਂ ਮੁੜ ਕੇ ਇਹਨੇ। ਸੋ ਸਖਤੀ ਦੇ ਨਾਲ ਜੇਕਰ ਅਸੀਂ ਇਹਨੂੰ ਖਤਮ ਕਰਨਾ ਚਾਹਵਾਂਗੇ ਤਾਂ ਮੌਤਾਂ ਵੀ 3,876 ਹੋਈਆਂ ਨੇ। ਪੰਜਾਬ ਵਿੱਚ ਮੌਤਾਂ ਸਭ ਤੋਂ ਜ਼ਿਆਦਾ ਗਿਣੀਆਂ ਜਾ ਰਹੀਆਂ ਨੇ। ਕੀ ਕਹਿਣਾ ਚਾਹੋਗੇ? ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੰਜਾਬ ਦੇ ਵਿੱਚ ਚਾਵਲਾ ਸਾਹਿਬ, ਆਂਧਰਾ ਪ੍ਰਦੇਸ਼, ਤ੍ਰਿਪੁਰਤੀ, ਅਮਰਾਵਤੀ ਵਿੱਚ ਆਕਸੀਜਨ ਦੀ ਘਾਟ ਕੀ ਕਾਰਨ ਹੈ ਕਿ ਅਜੇ ਤੱਕ ਆਕਸੀਜਨ ਨਹੀਂ ਪੂਰੀ? ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਖਬਰਾਂ ਆ ਚੁੱਕੀਆਂ ਨੇ ਕਿ ਆਕਸੀਜਨ ਭੇਜੀ ਗਈ ਹੈ, ਉਹ ਰਿਲੀਜ਼ ਨਹੀਂ ਕੀਤੀ ਗਈ ਜਾਂ ਫਿਰ ਕਿੱਥੇ ਗਈ? ਚਾਵਲਾ ਸਾਹਿਬ ਕਈ ਸਾਰੀਆਂ ਅਜਿਹੀਆਂ ਖਬਰਾਂ ਜਿਹੜੀਆਂ ਕਿ ਭਾਵੇਂ ਉਹਨਾਂ ਖਬਰਾਂ ਦੇ ਵਿੱਚ ਕੁਝ ਸੱਚਾਈ ਵੀ ਹੁੰਦੀ ਹੈ, ਕੁਝ ਵੈਸੇ ਵੀ ਹੁੰਦਾ। ਉਹਦੇ ਵਿੱਚ ਕਈ ਥਾਵਾਂ ਤੇ ਐਸੀ ਵੀ ਗੱਲ ਹੈ ਕਿ ਆਕਸੀਜਨ ਡੰਪ ਕਰ ਰੱਖੀ ਹੈ, ਅੱਗੇ ਭੇਜੀ ਨਹੀਂ ਜਾ ਰਹੀ। ਮੱਧ ਪ੍ਰਦੇਸ਼ ਦੀ ਖਬਰਾਂ ਸੀਗੀਆਂ ਤੇ ਕੋਈ ਯੂਪੀ ਦੀਆਂ ਖਬਰਾਂ ਸੀਗੀਆਂ। ਯੂਪੀ ਵਿੱਚ ਇਹ ਵੀ ਖਬਰ ਆਈ ਸੀ ਕਿ ਇੱਕ ਬੜੇ ਵੱਡੇ ਅਧਿਕਾਰੀ ਦੇ ਘਰੇ ਹੀ ਐਂਬੂਲੈਂਸਾਂ ਖੜਾ ਰੱਖੀਆਂ ਸੀਗੀਆਂ, ਕਾਫੀ ਵੱਡੀ ਤਾਦਾਦ ਵਿੱਚ। ਪਤਾ ਨਹੀਂ ਏਦਾਂ ਦਾ ਕੀ ਹੋ ਰਿਹਾ। ਉਹ ਗੱਲ ਬਾਕੀ ਹੈ ਕਿ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਘਟਣੇ ਚਾਹੀਦੇ ਸੀਗੇ, ਪਰ ਉਹ ਘੱਟ ਨਹੀਂ ਰਹੇ ਪੰਜਾਬ ਦੇ ਵਿੱਚ। ਪੰਜਾਬ 'ਚ ਪਤਾ ਨਹੀਂ ਇਹ ਗੱਲ ਹੈ ਵੀ ਪਰਵਾਹ ਨਹੀਂ ਕਰ ਰਿਹਾ ਕੋਈ। ਲੋਕ ਆਮ ਫਿਰਦੇ ਆ, ਜਿਹੜੇ ਕਿ ਸ਼ਹਿਰਾਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਲੋਕ ਆਮ ਦੇਖੇ ਜਾ ਸਕਦੇ ਆ। ਫਿਰ ਜਦੋਂ ਵੀ ਥੋੜੀ ਮੋਟੀ ਮਿਲਦੀ ਹੈ ਤਾਂ ਭੱਜ ਕੇ ਬਾਜ਼ਾਰਾਂ ਵਿੱਚ ਵੜ ਜਾਂਦੇ ਲੋਕ। ਫਿਰ ਆ ਬੈਲ ਮੁਝੇ ਮਾਰ ਵਾਲੀ ਗੱਲ ਹੀ ਹੋਈ ਨਾ। ਨਹੀਂ ਹੈਗੇ, ਫਰਕ ਨਹੀਂ ਗੁਰਤ ਹੈਗੇ। ਹਰ ਇੱਕ ਬੰਦਾ ਮਰਨ ਤੋਂ ਪਹਿਲਾਂ ਸੋਚਦਾ ਚਾਹਵਾ ਸਭ ਕਿ ਮੈਂ ਤਾਂ ਅਮਰ ਹੀ ਹਾਂ। ਹਰ ਇੱਕ ਬੰਦੇ ਦੇ ਮਨ 'ਚ ਇਹ ਗੱਲ ਆ, ਸੋਚਦੇ ਨਹੀਂ ਕਦੀ ਮਰ ਜਾਣਾ ਹੈ। ਇਹ ਤਾਂ ਹੈਗਾ ਹੀ ਹੈ ਨਾ। ਹੁਣ ਇੱਕ ਅਮਰੀਕਾ ਦੀ ਸੰਸਥਾ ਵੱਲੋਂ ਇੱਕ ਜਿਹੜਾ ਕੀਤਾ ਨਾ, ਸਾਹਮਣੇ ਆਈ ਆ, ਅਖਬਾਰਾਂ ਵਿੱਚ ਛਪੀ ਹੈਗੀ ਆ। ਉਹ ਕਹਿੰਦੇ ਬਈ ਜਿਹੜੇ ਲੋਕ ਕਿਸਾਨ ਹੈਗੇ ਆ, ਮਜ਼ਦੂਰ ਹੈਗੇ, ਜਿਹੜੇ ਕਿ ਪਸੀਨਾ ਬਹਾਉਣ ਵਾਲਾ ਕੰਮ ਕਰਦੇ ਆ, ਉਹਨਾਂ ਨੂੰ ਕਰੋਨਾ ਹੋ ਵੀ ਸਕਦਾ, ਪਰ ਉਹਦੀ ਮਰਨ ਦਰ ਬਿਲਕੁਲ ਹੀ 0 ਦੇ ਬਰਾਬਰ ਹੈਗੀ ਆ। ਉਹ ਲੋਕ ਹੀ ਕਰੋਨਾ ਦੇ ਨਾਲ ਮਰਦੇ ਆ, ਜਿਹੜੇ ਲੋਕ ਬਹਿੰਦੇ ਆ, ਕੰਪਿਊਟਰਾਂ ਦੇ ਬਹਿੰਦੇ ਆ, ਕੰਮ ਨਹੀਂ ਕਰਦੇ, ਤੇ ਜਿਹੜੇ ਕਿ ਸਰਕਾਰੀ ਦਫ਼ਤਰ ਨੇ ਬਹਿੰਦੇ ਆ। ਮਤਲਬ ਕਿ ਜਿਹੜੇ ਬੰਦੇ ਆਪਣਾ ਪਸੀਨਾ ਨਹੀਂ ਬਹਾਉਂਦੇ, ਉਹਨਾਂ ਲੋਕਾਂ ਦੀ ਮੌਤ ਦਰ ਵੱਧ ਹੈਗੀ ਆ। ਸੋ ਪਿੰਡਾਂ ਵਾਲੇ ਲੋਕ ਤਾਂ ਖੈਰ ਚਲੋ ਘੱਟ ਆ, ਪਰ ਸ਼ਹਿਰਾਂ ਵਾਲੇ ਲੋਕ ਜਮਾਂ ਹੀ ਸ਼ਰਮ ਕਰਦੇ ਕਿ ਮਰ ਜਾਣਾ, ਇਹ ਪਤਾ ਨਹੀਂ ਕੀ ਹੋ ਜਾਏਗਾ। ਸੋ ਪੰਜਾਬ ਦੇ ਵੱਧ ਰਿਹਾ ਚਾਵਲਾ ਸਾਹਿਬ ਕਾਫੀ। ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹੈਗੀ ਆ ਬੀਬੀ ਪਰਨੀਤ ਕੌਰ, ਉਹਨਾਂ ਨੇ ਕੱਲ੍ਹ ਚਿੱਠੀ ਲਿਖੀ ਆ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜੀ ਨੂੰ। ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਆਕਸੀਜਨ ਬਹੁਤ ਘੱਟ ਹੈਗੀ ਆ, ਅਸੀਂ ਤੁਹਾਡੇ ਕੋਲ 300 ਮੀਟ੍ਰਿਕ ਟਨ ਆਕਸੀਜਨ ਮੰਗੀ ਸੀਗੀ, ਤੂੰ ਸਾਨੂੰ 195 ਦਿੱਤੀ ਹੈ ਐਮਟੀ, ਤੇ ਉਹ ਘੱਟ ਹੈ ਆਕਸੀਜਨ। ਜਿਹੜੀ 195 ਆ ਉਹ ਵੀ ਸਾਨੂੰ ਸਹੀ ਤਰੀਕੇ ਨਾਲ ਨਹੀਂ ਮਿਲ ਰਹੀ, ਕਿ ਉਹ ਬਖਾਰੋਪੁਰ ਤੋਂ ਆ ਰਹੀ ਆ। ਬਖਾਰੋਪੁਰ ਬਹੁਤ ਦੂਰ ਹੈਗਾ। ਜਿਹੜੇ ਟੈਂਕ ਸਾਨੂੰ ਤੁਸੀਂ ਦਿੱਤੇ ਆ ਪੰਜਾਬ ਦੇ, ਉਹ ਟੈਂਕ ਵੀ ਟ੍ਰੇਨ ਉੱਪਰ ਆਉਣੇ ਮੁਸ਼ਕਲ ਨੇ। ਤੇ ਟੈਂਕ ਸਾਨੂੰ ਚਾਹੀਦੇ ਆ 12 ਤੋਂ ਹੀ ਦਿੱਤੇ, ਸਾਨੂੰ 4 ਟੈਂਕ, ਸਾਨੂੰ 8 ਦੀ ਹੋਰ ਲੋੜ ਹੈਗੀ ਆ। ਤੇ ਇਸ ਕਰਕੇ 4 ਟੈਂਕਾਂ ਨਾਲ ਨਹੀਂ ਸਰਨਾ ਹੈਗਾ, ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋ ਜਾਏਗਾ। ਤੁਸੀਂ ਸਾਨੂੰ ਆਕਸੀਜਨ ਪੂਰੀ ਦਿਓ। ਕੱਲ ਪਰਨੀਤ ਕੌਰ ਨੇ ਇਹ ਗੱਲ ਚਿੱਠੀ ਲਿਖੀ ਆ। ਭਾਵੇਂ ਕਿ ਇਹਦੀ ਮੰਗ ਕੈਪਟਨ ਅਮਰਿੰਦਰ ਨੇ ਵੀ ਕੀਤੀ ਸੀ, ਇਹਦੇ ਨਾਲ ਵੀ ਇਸ ਤਰ੍ਹਾਂ ਦੇ ਲਗਭਗ ਮਿਲਣ ਦੀ ਮੰਗ ਸੀਗੀ। ਤੇ ਪੰਜਾਬ ਕਾਫੀ ਖਤਰੇ ਵਿੱਚ ਆ ਜੇ, ਇਹਨੂੰ ਬਾਹਰ ਨਹੀਂ ਕਰ ਸਕਦੇ ਖਤਰੇ ਚੋਂ। ਭਾਰਤ ਵਿੱਚ ਕੇਸ ਜ਼ਰੂਰ ਘਟੇ ਆ ਚਾਵਲਾ ਸਾਹਿਬ। ਚੰਗੀ ਗੱਲ ਆ ਜੀ, ਜੇ ਭਾਰਤ ਦੇ ਵਿੱਚ ਆਲ ਓਵਰ ਕੇਸ ਘਟੇ ਨੇ, ਪੰਜਾਬ 'ਚ ਵੀ ਘਟਣਗੇ। ਔਰ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਦੇ ਵਿੱਚੋਂ ਵੀ ਲੋਕ, ਇਹ ਮਤ ਭੁੱਲਣਾ ਕਿ ਪੰਜਾਬੀਆਂ ਦੇ ਨਾਲ ਬਾਹਰਲੇ ਸੂਬਿਆਂ ਦੇ ਵਿੱਚੋਂ ਵੀ ਲੋਕ ਜਿਹੜੇ ਨੇ ਹੌਸਪੀਟਲਾਂ ਦੇ ਵਿੱਚ, ਜਿਵੇਂ ਦਿੱਲੀ ਹੋਇਆ, ਯੂਪੀ ਹੋਇਆ, ਬਿਹਾਰ ਹੋਇਆ, ਹਰਿਆਣਾ ਹੋਇਆ, ਇਹ ਲੋਕ ਪਹੁੰਚੇ ਹੋਏ ਨੇ ਇਲਾਜ ਕਰਾਉਣ ਵਾਸਤੇ। ਇਹ ਇੱਕ ਅਟੱਲ ਸੱਚਾਈ ਹੈ। ਖੈਰ, ਕੀ ਕਾਰਨ ਹੈ ਕਿ ਅਜੇ ਤੱਕ ਅਸੀਂ ਪੂਰਾ ਭਾਰਤ ਵਿੱਚ ਜਿਹੜੀ ਹੈ ਇੰਨੇ ਦਿਨਾਂ ਤੋਂ, ਮੇਰੇ ਖਿਆਲ 'ਚ ਹੁਣ ਤਾਂ 4 ਵੀਕਾਂ ਵੀ ਉਹ ਚੱਲੀਆਂ, 3-3.5 ਵੀਕਾਂ 'ਤੇ ਅਸੀਂ ਲਾ ਲਈਏ ਕਿ ਆਕਸੀਜਨ ਦੀਆਂ ਖਬਰਾਂ ਪੜ੍ਹਦੇ ਹਾਂ, ਆਕਸੀਜਨ ਦੀਆਂ ਖਬਰਾਂ ਪੜ੍ਹਦੇ ਹਾਂ, ਆਕਸੀਜਨ ਦੀਆਂ ਖਬਰਾਂ ਪੜ੍ਹਦੇ ਹਾਂ, ਅਤੇ ਆਕਸੀਜਨ ਦੀ ਕਮੀ ਅਸੀਂ ਪੂਰੀ ਨਹੀਂ ਕਰ ਸਕੇ।
ਇੱਕ ਪਾਸੇ ਤਾਂ ਪਹਿਲਾਂ ਇੰਨੀ ਵੱਡੀ ਤਾਦਾਦ ਦੇ ਵਿੱਚ ਆਕਸੀਜਨ ਅਸੀਂ ਤਿਆਰ ਵੀ ਕਰ ਲਈ ਸੀਗੀ ਔਰ ਬਾਹਰਲੇ ਦੇਸ਼ਾਂ ਨੂੰ ਸਪਲਾਈ ਕੀਤੀ। ਇੰਨੇ ਦਿਨਾਂ ਦੇ ਵਿੱਚ ਨੋਟ ਛਪ ਸਕਦੇ ਨੇ ਤੇ ਆਕਸੀਜਨ ਨਹੀਂ ਤਿਆਰ ਹੋ ਸਕਦੀ। ਚਲੋ ਸੋ ਆਕਸੀਜਨ ਤਿਆਰ ਹੋ ਸਕਦੀ ਹੈ। ਦੇਖੋ, ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਵਾਲਿਆਂ ਨੇ ਇੱਕ ਕੁਝ ਸੰਸਥਾਵਾਂ ਨੂੰ ਕਿਹਾ ਕਿ ਉਹ ਬਣਾਉਣ ਆਕਸੀਜਨ ਬਣਾਉਣ, ਨਾਈਟ੍ਰੋਜਨ ਤੋਂ ਆਕਸੀਜਨ ਬਣਾਉਣ ਦੀ ਗੱਲ ਉਹਨਾਂ ਨੇ ਕੀਤੀ ਹੈ। ਚਲੋ ਵੱਧ ਸਕਦੀ ਆ ਆਕਸੀਜਨ ਦਾ ਬਣ ਸਕਦੇ। ਚਲੋ ਸੋ ਕੋਈ ਐਡੀ ਗੱਲ ਨਹੀਂ, ਆਕਸੀਜਨ ਕਰਕੇ ਨਹੀਂ ਮਰਨਾ ਚਾਹੀਦਾ। ਦੇਖੋ 5 ਮਿੰਟ, ਸਿਰਫ 5 ਮਿੰਟ ਦਾ ਕੀ ਵਕਫਾ ਰਿਹਾ। ਜਿਹੜਾ ਆਂਧਰਾ ਪ੍ਰਦੇਸ਼ ਦਾ ਅਮਰਾਵਤੀ, ਤ੍ਰਿਪਤੀ, ਜਿਹੜਾ ਅਮਰਾਵਤੀ ਦੇ ਵਿੱਚ ਮੌਤਾਂ ਹੋਈਆਂ ਨੇ 11, ਸਿਰਫ 5 ਮਿੰਟ ਆਕਸੀਜਨ ਲੇਟ ਹੋ ਗਈ। ਉਹ ਕਿਸੇ ਵਿਗਿਆਨੀ ਨੇ ਕਿਹਾ ਸੀ ਕਿ ਜੇਕਰ ਤੁਹਾਨੂੰ ਅਸੀਂ ਦੁਨੀਆ ਦੇ ਵਿੱਚ, ਬ੍ਰਹਿਮੰਡ ਦੇ ਵਿੱਚ 5 ਸੈਕਿੰਡ ਆਕਸੀਜਨ ਰੋਕ ਦਿੱਤੀ ਜਾਵੇ, 5 ਸੈਕਿੰਡ ਤੋਂ ਆਕਸੀਜਨ ਬੰਦ ਕਰਤੀ ਜਾਵੇ ਪੂਰੀ ਵਰਲਡ ਦੇ ਵਿੱਚ, ਦੁਨੀਆ ਵਿੱਚ ਕੁਦਰਤ ਵੱਲੋਂ ਤਾਂ ਕੀ ਹੋਏਗਾ। ਉਹਦਾ ਰਿਜ਼ਲਟ ਸਾਹਮਣੇ ਆਈ ਸੀ ਕਿ ਬੰਦਾ ਫਟ ਜਾਏਗਾ, ਬੰਦੇ ਦੇ ਸਿਰ ਫਟ ਜਾਏਗਾ, ਬੰਦਾ ਖਤਮ ਹੋ ਜਾਏਗਾ। 5 ਸੈਕਿੰਡ ਸਰ, ਚਲੋ ਤਾਂ 5 ਸੈਕਿੰਡ ਦਾ ਬਹੁਤ ਘੱਟ ਹੁੰਦਾ। 5 ਮਿੰਟ ਆਕਸੀਜਨ ਦੂਰ ਹੋ ਗਈ ਨਾ ਤਾਂ 11 ਬੰਦੇ ਦੀ ਡੈਥ ਹੋ ਚੁੱਕੀ ਹੈ। ਚਾਵਲਾ ਸਾਹਿਬ ਉਹ ਨਹੀਂ ਪਹੁੰਚ ਸਕੇ ਉੱਥੇ। ਆਪਾਂ ਨੇ ਕੱਲ ਗੱਲ ਕੀਤੀ ਸੀ ਇੱਕ ਫਿਲਮੀ ਐਕਟਰ ਦੀ, ਉਹਨੇ ਦੱਸਿਆ ਆਪਣੇ ਮਰਨ ਤੋਂ ਪਹਿਲਾਂ ਕਿ ਮੇਰੀ ਮੌਤ ਜਿਹੜੀ ਹੈਗੀ ਹੈ ਕਿਵੇਂ ਹੋ ਰਹੀ ਹੈ, ਮੈਂ ਕਿਵੇਂ ਮਰ ਰਿਹਾ, ਆਕਸੀਜਨ ਤੋਂ ਬਿਨਾਂ ਮਰ ਰਿਹਾ। ਆਕਸੀਜਨ ਨਹੀਂ ਪੂਰੀ ਤਰ੍ਹਾਂ ਪਹੁੰਚ ਪਾ ਰਹੀ ਚਾਵਲਾ ਸਾਹਿਬ, ਨਹੀਂ, ਇਹ ਕਈ ਥਾਵਾਂ ਤੇ ਨਹੀਂ ਪਹੁੰਚ ਪਾ ਰਹੀ। ਕਈ ਥਾਵਾਂ ਤੇ ਪਹੁੰਚੀ ਆ ਤੇ ਸਹੀ ਤਰੀਕੇ ਨਾਲ ਉਹਦੀ ਵਰਤੋਂ ਨਹੀਂ ਹੋ ਪਾ ਰਹੀ। ਅਣਜਾਣ ਲੋਕ ਭਰਤੀ ਕੀਤੇ ਹੋਏ ਨੇ, ਅਣਜਾਣ ਲੋਕਾਂ ਵੱਲੋਂ ਉਹ ਆਕਸੀਜਨ ਸਹੀ ਤਰੀਕੇ ਨਾਲ ਦਿੱਤੀ ਨਹੀਂ ਜਾ ਰਹੀ। ਕਈ ਵਾਰੀ ਬੰਦਾ ਬੈੱਡ ਤੇ ਪਿਆ, ਆਕਸੀਜਨ ਲੈ ਕੇ ਪਿਆ, ਉਸਨੂੰ ਕੋਈ ਹਾਜਤ ਆ ਗਈ, ਵਾਸ਼ਰੂਮ ਜਾਣਾ ਜਾਂ ਕਿਸੇ ਵੀ ਹਾਜਤ ਨੂੰ ਪੂਰੀ ਕਰਨ ਜਾਣਾ, ਉਹਨੇ ਜਾਣਾ ਵਾਸ਼ਰੂਮ ਤੱਕ, ਅੱਧਾ ਘੰਟਾ ਉਹਨੇ ਵਾਪਸ ਨਹੀਂ ਆਉਣਾ ਤੇ ਆਕਸੀਜਨ ਚੱਲਦੀ ਰਹਿੰਦੀ ਹੈ। ਉਹ ਜਿਹੜੇ ਚੱਲ ਰਹੀ ਹੈ ਆਕਸੀਜਨ, ਉਹ ਜਾਇਆ ਹੁੰਦੀ ਹੈ ਆਕਸੀਜਨ, ਐਵੇਂ ਚੱਲ ਰਿਹਾ। ਏਦਾਂ ਦੇ ਕਈ ਥਾਵਾਂ ਦੇ ਰਿਪੋਰਟਾਂ ਆਈਆਂ ਨੇ ਚਾਵਲਾ ਸਾਹਿਬ। ਅਮਰੀਕਾ ਦੇ ਵਿੱਚ ਕੁਝ ਸੱਜਣ ਪਾਥੀਆਂ ਲੈ ਕੇ ਆਏ, 2 ਪਾਥੀਆਂ, ਪਤਾ ਨਹੀਂ ਕਿਹੜੇ ਕੰਮ ਲਿਆਂਦੀਆਂ ਹੋਣਗੀਆਂ ਕੁਝ। ਚਲੋ ਕਈ ਆਸਤਾ ਵੀ ਹੁੰਦੀ ਹੈ ਵੀ ਅਸੀਂ ਲੈ ਕੇ ਜਾਣੀ ਹੈ। ਵੈਸੇ ਤਾਂ ਮਤਲਬ ਅੱਜ ਕੱਲ੍ਹ ਮਿਲਦੀਆਂ ਨੇ, ਇੰਟਰਨੈਟ 'ਤੇ ਵੀ ਪਾਥੀਆਂ ਬਾਏ ਕਰ ਸਕਦੇ ਹੋ ਤੁਸੀਂ। ਗੁਜਰਾਤ ਦੇ ਅਹਿਮਦਾਬਾਦ ਦੇ ਸਵਾਮੀ ਨਾਰਾਇਣ ਮੰਦਿਰ ਤੋਂ ਖਬਰਾਂ ਆ ਰਹੀਆਂ ਨੇ ਕਿ ਗੁਰੂਕਲ ਵਿਸ਼ਵ ਵਿਦਿਆ ਵਿੱਚ ਗਊ ਦੇ ਗੋਬਰ ਨਾਲ ਹੋ ਰਿਹਾ ਕਰੋਨਾ ਦਾ ਇਲਾਜ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਵੀ ਇਹਦੇ ਨਾਲ ਇਲਾਜ ਲੂਜ ਤਾਂ ਨਹੀਂ ਹੋ ਰਿਹਾ, ਇਹਦੇ ਨਾਲ ਬਿਮਾਰੀ ਫੈਲ ਸਕਦੀ ਹੈ। ਹਾਂ, ਗੁਜਰਾਤ ਦੇ ਵਿੱਚ ਨਾ ਜੀ ਅਹਿਮਦਾਬਾਦ ਦਾ ਇਲਾਕਾ, ਉਹਦੇ ਵਿੱਚ ਸਵਾਮੀ ਨਾਰਾਇਣ ਗੁਰੂਕੁਲ ਵਿਸ਼ਵ ਵਿਦਿਆ ਹੈਗਾ। ਉੱਥੇ ਗਊਆਂ ਨੇ 200 ਤੋਂ ਵੱਧ ਗਊਆਂ ਨੇ ਚਾਵਲਾ ਸਾਹਿਬ ਉੱਥੇ। ਤੇ ਉਹ ਗਊਆਂ ਦੇ ਵਿੱਚ ਨਾ ਕਿਸੇ ਨੇ ਕਹਿ ਦਿੱਤਾ ਕਿ ਉੱਥੇ ਜਿਹੜੀਆਂ ਗਊਆਂ ਹੈਗੀਆਂ ਨੇ ਉਹਦੇ ਗੋਬਰ ਨਾਲ ਸਰੀਰ ਤੇ ਮਲਣ ਨਾਲ, ਪਿਸ਼ਾਬ ਸਰੀਰ ਤੇ ਮਲਣ ਨਾਲ ਗਊ ਦਾ ਤੇ ਕਰੋਨਾ ਉਹਨੂੰ ਹੁੰਦਾ ਨਹੀਂ ਹੈਗਾ, ਕਰੋਨਾ ਦਾ ਬਚਾਅ ਹੋ ਜਾਂਦਾ। ਬੜੇ ਲੋਕ ਹੈਡਲੈਸ ਲੋਕ ਨਾ, ਹੈਡਲੈਸ ਤਾਂ ਹੈ ਨਹੀਂ, ਕੀ ਕਰੀਏ ਹੁਣ। ਹੈਡਲੈਸ ਲੋਕ ਜਿਹੜੇ ਹੁੰਦੇ ਆ, ਕਈ ਵਾਰੀ ਕਸੂਰ ਨਹੀਂ ਹੁੰਦਾ ਕੋਈ, ਉਹ ਤਾਂ ਆਪਣੇ ਜਿਹੜੇ ਕਿ ਉਹਨਾਂ ਦੇ ਰਹਿਬਰ ਹੁੰਦੇ ਆ, ਰਾਹ ਫੇਰੇ ਹੁੰਦੇ ਆ, ਉਹਨਾਂ ਦੇ ਕਹਿਣ ਤੇ ਤੁਰ ਪੈਂਦੇ ਆ। ਤੁਰਤੇ ਫਿਰ ਲੋਕ ਉੱਥੇ ਡਾਕਟਰਾਂ ਨੇ ਕਿਹਾ ਕਿ ਨਾ ਜਾਓ, ਏਦਾਂ ਨਾ ਕਰੋ ਤੁਸੀਂ, ਇਹਦੇ ਨਾਲ ਸਗੋਂ ਇੱਕ ਫੰਗਸ ਇਨਫੈਕਸ਼ਨ ਬਿਮਾਰੀ ਹੁੰਦੀ ਆ, ਉਹ ਤੁਹਾਨੂੰ ਹੋ ਜਾਣੀ ਹੈ। ਉਹਦੇ ਨਾਲ ਜਿਹੜੀ ਕਰੋਨਾ ਦੀ ਤੀਜੀ ਲਹਿਰ ਹੈਗੀ ਆ, ਉਹ ਤੁਸੀਂ ਉਹਦੇ ਸਕਰਮਤ ਛੇਤੀ ਹੋ ਸਕਦੇ ਹੋ, ਉਹਦੇ ਤੁਸੀਂ ਇਹਦੀ ਨਾ ਜਲਦੀ ਆ ਸਕਦੇ ਹੋ। ਨਾ ਜਾਓ, ਗੋਬਰ ਨਾਲ ਨਾ ਆਓ। ਤੇ ਇਹ ਵੀ ਵੈਸੇ ਚੱਲ ਰਿਹਾ ਕਾਫੀ ਥਾਵਾਂ ਤੇ, ਸੋਸ਼ਲ ਮੀਡੀਆ ਚੱਲ ਰਿਹਾ, ਕਿਸੇ ਸ਼ਰਾਰਤੀ ਦਿਮਾਗ ਦੀ ਕਾਢ ਆ ਚਾਵਲਾ ਸਾਹਿਬ ਕਿ ਸ਼ਰਾਰਤੀ ਦਿਮਾਗ ਨੇ ਕਹਿ ਦਿੱਤਾ ਕਿ ਗੋਬਰ ਨਾਲ ਨਾ ਆਓ ਤੇ ਕਰੋਨਾ ਠੀਕ ਹੋ ਜਾਏਗਾ। ਵੈਸੇ ਇਹ ਸੱਚਾਈ ਨਹੀਂ ਹੈਗੀ, ਇਹਦੇ ਵਿੱਚ ਲੋਕ ਉੱਥੇ ਤੁਰਤੇ ਆ ਤੇ ਗੋਬਰ ਨਾਲ ਨਹਾਉਣ ਲੱਗ ਪਏ। ਚਲੋ ਮੰਨ ਲਓ ਆਸਥਾ ਨੂੰ ਸਾਈਡ ਤੇ ਰੱਖਦੇ ਹੋਏ, ਧਰਮ ਦੀ ਆਸਥਾ ਨੂੰ ਸਾਈਡ ਤੇ ਰੱਖਦੇ ਹੋਏ, ਚਲੋ ਉਹਨਾਂ ਦੀ ਆਸਥਾ, ਉਹਨਾਂ ਨੂੰ ਮੁਬਾਰਕ ਪਈ, ਜਿੰਨੇ ਵੀ ਨਹਾਉਣਾ ਇੱਕ ਵਾਰੀ ਛੱਡ ਕੇ ਭਾਵੇਂ 3 ਵਾਰੀ ਨਹਾਵੇ। ਪਰ ਜੇ ਇਹ ਵਾਕਿਆ ਹੀ ਇਹਦੇ ਵਿੱਚ ਥੋੜ੍ਹਾ ਬਹੁਤਾ ਵੀ ਦਮ ਹੋਵੇ ਤੇ ਅੱਜ ਡਾਕਟਰਾਂ ਨੂੰ, ਫਿਰ ਸਰਕਾਰਾਂ ਨੂੰ ਇੰਨੇ ਫੰਡ ਕਿਉਂ ਦੇਣੇ ਪੈਣ ਇਹਨਾਂ ਨੂੰ? ਜਿਹੜੀਆਂ ਰਿਸਰਚ ਕਰਨ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਅਰਬਾਂ ਖਰਬਾਂ ਰੁਪਈਏ ਦਿੱਤੇ ਗਏ ਨੇ, ਉਹਨਾਂ ਨੂੰ ਲੋੜੀਂਦੇ ਹੋਰ ਜਿਹੜੇ ਨੇ ਬੰਦੋਬਸਤ ਕਰਕੇ ਦਿੱਤੇ ਗਏ ਨੇ ਕਿ ਇਹੋ ਜਿਹੀ ਬਿਮਾਰੀ ਨਾਲ ਲੜਾਈ ਲੜੀ ਜਾਵੇ। ਤੇ ਫਿਰ ਜੇ ਗੋਬਰ ਦੇ ਨਾਲ ਨਹਾਉਣ ਦੇ ਨਾਲ ਇਹਦੇ ਵਿੱਚੋਂ ਇਲਾਜ ਨਿਕਲਦਾ ਹੈ ਤੇ ਫਿਰ ਸਰਕਾਰ ਨੂੰ ਇੰਨਾ ਪੈਸਾ ਖਰਚਣ ਦੀ ਕੀ ਲੋੜ ਸੀ? ਚਾਵਲਾ ਸਾਹਿਬ ਅਸਲ 'ਚ ਗੱਲ ਹੋਰ ਹੈ, ਇੱਕ ਤੁਹਾਨੂੰ ਹੋਰ ਨੁਕਤਾ ਦੱਸਦਾ ਇਹ ਵਿੱਚ, ਜਿਹੜਾ ਕਿ ਕੁਝ ਲੋਕਾਂ ਨੂੰ ਚੁਭੇਗਾ ਵੀ ਕਿ, ਪਰ ਕੁਝ ਸਿਆਣੇ ਲੋਕ ਨੂੰ ਸਮਝਣਗੇ ਵੀ ਗੱਲ ਨੂੰ। ਪਹਿਲਾਂ ਨਾ ਹੁੰਦਾ ਕੀ ਸੀਗਾ, ਜਿਹੜਾ ਨਾ ਗੈਰ ਵਿਗਿਆਨਕ ਗੱਲਾਂ ਹੁੰਦੀਆਂ ਸੀਗੀਆਂ, ਹੱਥ ਦੇਖ ਕੇ ਕਰਨਾ ਫੈਸਲਾ, ਵਹਿਮ ਭਰਮ ਪਾ ਦੇਣਾ, ਭੂਤੀਆਂ ਦੇ ਕੇ ਇਲਾਜ ਹੋਣੇ, ਤੇ ਟੂਨੇ ਟਾਮਨ ਜਿਹੜੇ ਟੂਨੇ ਟਾਮਨ ਹੁੰਦੇ ਉਹਨਾਂ ਨਾਲ ਇਲਾਜ ਹੋਣੇ, ਤੇ ਇਹ
ਕਾਫੀ ਜਿਹੜਾ ਪਹਿਲਾਂ ਵਹਿਮ ਭਰਮ ਦੇ ਨੁਕਤੇ ਹੁੰਦੇ ਸੀ ਨਾ ਇਹ ਵੀ ਉਹ ਲੋਕਾਂ ਦੀ ਨਿੰਦਾ ਕਰਦੇ ਸੀਗੇ, ਚੰਗੇ ਸਮਝਦਾਰ ਲੋਕ, ਜਿਹੜੇ ਸਿਆਣੇ ਲੋਕ, ਪੜ੍ਹੇ ਲਿਖੇ ਵਿਗਿਆਨੀ ਲੋਕ ਸੀਗੇ, ਉਹ ਨਿੰਦਾ ਦੇ ਮਜ਼ਾਕ ਵੀ ਕਰਦੇ ਸੀਗੇ। ਕੀ ਹੈ ਯਾਰ ਏਦਾਂ ਥੋੜ੍ਹਾ ਹੋ ਸਕਦਾ, ਉਹ ਕਰਦੇ ਹੁੰਦੇ ਸੀਗੇ। ਉਹ ਨਿੰਦਾ ਕਰਦੇ ਸੀ, ਉਹਨਾਂ ਦੀ ਮਜ਼ਾਕ ਕਰਦੇ ਸੀ। ਪਰ ਹੁਣ ਦੁਖਾਂਤ ਇਹ ਆ ਕਿ ਉਹ ਲੋਕ ਗੱਡੀਆਂ ਦੇ ਬਹਿ ਗਿਆ, ਰਾਜੇ ਬਣ ਗਿਆ। ਹੁਣ ਉਹਨਾਂ ਨੂੰ ਭਰਮ ਫੈਲਾਉਣ ਤੋਂ ਪੂਰੇ ਹੋ ਸਕਦਾ ਇਹ ਤੋਂ। ਅੱਛਾ ਜੀ, ਕੇਜਰੀਵਾਲ ਦੀ ਗੱਲ ਕਰੀਏ, ਕੇਂਦਰੀ ਕੇਜਰੀਵਾਲ ਨੇ ਕਿਹਾ ਹੈ ਕਿ ਕੋਵਾਸ਼ੀਲਡ ਤੇ ਕੋਵੈਕਸੀਨ ਜਿਹੜੀਆਂ ਦਵਾਈਆਂ ਨੇ, ਇਹਨਾਂ ਦਾ ਜਿਹੜਾ ਫਾਰਮੂਲਾ ਹੈ ਉਹ ਹੋਰਨਾਂ ਕੰਪਨੀ ਨਾਲ ਵੀ ਸਾਂਝਾ ਕੀਤਾ ਜਾਣਾ ਚਾਹੀਦਾ ਤਾਂ ਕਿ ਵੱਡੇ ਪੱਧਰ ਤੇ ਦਵਾਈ ਬਣਾਈ ਜਾ ਸਕੇ। ਬੜੀ ਅਹਿਮ ਖਬਰ ਹੈ ਚਾਵਲਾ ਸਾਹਿਬ, ਬਹੁਤ ਹੀ ਅੱਛੀ ਤੇ ਅਹਿਮ ਖਬਰ ਹੈਗੀ ਹੈ। 2 ਕੰਪਨੀਆਂ ਨੇ ਭਾਰਤ ਵਿੱਚ ਜਿਹੜੇ ਦਵਾਈ ਬਣਾਉਣ ਲੱਗ ਰਹੇ ਨੇ ਵੱਡੇ ਪੱਧਰ ਤੇ। ਇੱਕ ਤਾਂ ਹੈਗੀ ਆ ਪੁਣੇ ਦੀ ਭਾਰਤੀ ਸੀਰਮ ਇੰਸਟੀਚਿਊਟ ਹੈਗੀ ਆ, ਇੱਕ ਹੈਦਰਾਬਾਦ ਦਾ ਅਰਥ ਹੈਗੀ ਆ ਭਾਰਤ ਬਾਇਓਟੈਕ। ਇਹ 2 ਕੰਪਨੀਆਂ ਜਿਹੜੀਆਂ ਕੋਵਿਸ਼ੀਲਡ ਤੇ ਕੋਵੈਕਸਿਨ ਬਣਾ ਰਹੀਆਂ ਨੇ, ਜਿਹੜੀਆਂ ਆਮ ਤੌਰ ਤੇ ਪੂਰੇ ਭਾਰਤ ਵਿੱਚ ਚਲਾਈ ਜਾ ਰਹੀ ਹੈ। ਕਿਤੇ 150 ਰੁਪਏ ਚ ਇਹ ਪਹਿਲਾਂ ਵਿਕਦੀ ਸੀ, ਮਿਲਦੀ ਸੀ, ਫਿਰ 250 ਦੀ ਕਹਿਣ ਲੱਗ ਪਏ, ਤੇ ਫਿਰ 400 ਦੀ, ਫਿਰ 600 ਰੁਪਏ ਦੀ। ਵੈਕਸੀਨ ਉਹੀ ਆ। 150 ਤੋਂ 600 ਤੱਕ ਦਾ ਸਫ਼ਰ ਤੈਅ ਕੀਤਾ ਇਸ ਕੋਵੈਕਸਿਨ ਨੇ। ਕੇਜਰੀਵਾਲ ਦਾ ਬੜਾ ਕਮਾਲ ਦਾ ਨੁਕਤਾ ਹੈ ਕਿ ਇਹ ਕਿਉਂ ਨਾ ਇਹ ਜਿਹੜਾ ਫਾਰਮੂਲਾ ਹੈਗਾ ਆਪਾਂ ਆਲ ਓਵਰ ਸਾਂਝਾ ਕਰ ਦਈਏ। ਕੇਂਦਰ ਸਰਕਾਰ ਨੂੰ ਕਿਹਾ ਉਹ ਸਾਂਝਾ ਕਰੀਏ ਤੇ ਫਿਰ ਆਪਾਂ ਫਿਰ ਟੈਂਡਰ ਲਈਏ। ਟੈਂਡਰ ਲੈ ਕੇ ਤੇ ਫਿਰ ਉਹ ਜਿਹੜੇ ਬੰਦੇ ਸਮਰੱਥ ਹੈਗੇ ਆ ਉਹਨਾਂ ਨੂੰ ਆਪਾਂ ਟੈਂਡਰ ਦਈਏ ਤੇ ਇਹ ਦਵਾਈ ਆਮ ਬਣੇ, ਕਿਉਂਕਿ ਤੀਜੀ ਲਹਿਰ ਵੀ ਆ ਰਹੀ ਹੈ ਕਰੋਨਾ ਦੀ, ਸਾਨੂੰ ਬਚਣਾ ਪਵੇਗਾ। ਇਹ ਕੇਜਰੀਵਾਲ ਦਾ ਬੜਾ ਹੀ ਦੂਰਦਰਸ਼ੀ ਦੀ ਗੱਲ ਕੀਤੀ ਆ ਉਹਨੇ, ਤੇ ਭਾਵੇਂ ਸਿਸੋਦੀਆ ਹੋਰਾਂ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਅਸੀਂ ਟੈਂਡਰ ਦੇਵਾਂਗੇ, ਅਸੀਂ ਆਪਣੀ ਸਰਕਾਰ ਟੈਂਡਰ ਦੇ ਰਹੀ ਆ ਇਹ ਦਵਾਈ ਬਣਾਉਣ ਵਾਸਤੇ। ਇਹ ਆਪਣੇ ਆਪ ਇੱਕ ਨਵਾਂ ਕਦਮ ਹੋਏਗਾ, ਕਿਉਂਕਿ 2 ਬੰਦਿਆਂ ਦੀ ਇਜਾਰੇਦਾਰੀ ਅੱਜ ਕੱਲ੍ਹ ਨਹੀਂ ਚੱਲ ਰਿਹਾ ਨਾ ਭਾਰਤ ਵਿੱਚ, ਇਜਾਰੇਦਾਰੀ ਕੀਤੀ ਜਾ ਰਹੀ ਹੈ। ਕਾਰਪੋਰੇਟ ਦਿਆ ਜਾ ਸਾਰਾ ਭਾਰਤ ਜਿਹੜਾ ਮੁਲਕ ਹੈਗਾ ਨਾ ਪੂਰਾ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ, ਉਹ ਤੋੜਨ ਦੀ ਗੱਲ ਕੀਤੀ ਹੈ ਕੇਜਰੀਵਾਲ ਨੇ। ਇਹਨੂੰ ਤੋੜੋ, ਇਹ ਨੈਕਸਸ ਜਿਹੜਾ ਹੈਗਾ ਇਹਨੂੰ ਤੋੜੋ, ਇਹਨੂੰ ਖਤਮ ਕਰੋ, ਲੋਕਾਂ ਵਿੱਚ ਫੈਲਾਓ, ਸਾਂਝਾ ਕੰਮ ਕਰੋ। ਜਿੱਦਾਂ ਤੁਸੀਂ ਕਹਿ ਰਹੇ ਸੀਗੇ ਨਹੀਂ ਜੀ ਪਹਿਲਾਂ BSNL ਕੱਲੀ ਸੀ ਜੀ ਕੰਪਨੀ ਟੈਲੀਕਾਮ ਦੇ ਵਿੱਚ, ਕੰਪਨੀਆਂ ਵੱਧ ਆਉਣਗੀਆਂ ਜੀ ਤਾਂ ਸਸਤੀ ਕਾਲ ਹੋਵੇਗੀ, ਤਾਂ ਏਦਾਂ ਦੀ ਕੰਪਨੀਆਂ ਵੱਧ ਆਉਂਦੇ ਨੇ ਸਿਰਮ ਦੇ ਇਹਦੇ ਵਿੱਚ ਵੈਕਸੀਨ ਬਣਾਉਣ ਦੇ ਵਿੱਚ, ਤਾਂ ਸਸਤੀ ਦਵਾਈ ਵੀ ਹੋਵੇਗੀ ਤੇ ਨਾਲੇ ਵਧੇਗੀ ਇਹਦੀ ਕੁਆਲਿਟੀ ਵਧੇਗੀ। ਚਾਵਲਾ ਸਾਹਿਬ, ਕਾਂਗਰਸ ਦੇ ਕਾਂਟੋ ਕਲੇਸ਼ ਦੀ ਗੱਲ ਕਰਾਂਗੇ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਦੇ ਵਿੱਚ। ਵੌਇਸ ਆਫ ਸਿਟੀ 1320 AM ਤੇ ਇੱਕ ਛੋਟੀ ਜੀ ਸਾਡੀ ਵਰਬਲ ਜਿਹੜੀ ਹੈ ਬ੍ਰੇਕ ਤੋਂ ਬਾਅਦ। ਦੋਸਤੋ ਨੋਟ ਕਰੋ ਕਿ SM ਸਪਰਿੰਗਡੇਲ ਡੈਂਟਲ ਸੈਂਟਰ ਦੰਦਾਂ ਦੇ ਮਸ਼ਹੂਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਤੁਹਾਡੀ ਸੇਵਾ ਦੇ ਵਿੱਚ ਆਪਣੀਆਂ ਸਾਰੀਆਂ ਬ੍ਰਾਂਚਸ ਦੇ ਨਾਲ ਹਾਜ਼ਰ ਨੇ, ਜਿੱਥੇ ਤੁਸੀਂ ਦੰਦਾਂ ਦੀ A to Z ਕੰਪਲੀਟ ਉਹਨਾਂ ਦੇ ਕੋਲੋਂ ਦੇਖਭਾਲ ਲਈ ਜਾ ਸਕਦੇ ਹੋ। ਦੰਦ ਲਗਾਉਣੇ ਨੇ, ਪਟਾਉਣੇ ਨੇ, ਲਿਸ਼ਕਾਉਣੇ ਨੇ, ਜਾਂ ਰੂਟ ਕਨਾਲ ਬ੍ਰਿਜਸ ਦਾ ਕੰਮ ਹੈ ਤਾਂ ਸਾਰੀਆਂ ਇਨਸੋਰਸ ਕੰਪਨੀਆਂ ਡੀਲ ਕਰਦੇ ਨੇ। ਵੈਲ ਕੁਆਲੀਫਾਈਡ ਡਾਕਟਰਾਂ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ 9054505600 ਬਰੈਂਪਟਨ ਦੇ ਵਿੱਚ, ਬਵੇੜ ਅਤੇ ਚੰਗਿਊਜ਼ੀ ਅਤੇ SM ਸਪਰਿੰਗਡੇਲ ਡੈਂਟਲ ਸੈਂਟਰ 2260 ਤੇ ਬਵੇੜ ਤੇ ਵਾਕਿਆ ਹਨ। Fresh Food Center 12570 Kennedy Road, north of Mayfield, Caledon ਵਿਖੇ ਸਥਿਤ ਗਰੋਸਰੀ ਦਾ ਸਟੋਰ। ਫਰੈਸ਼ ਫਰੂਟਸ, ਵੈਜੀਟੇਬਲਸ ਅਤੇ ਗਰੋਸਰੀ ਆਈਟਮਸ ਖਰੀਦਣ ਲਈ ਪਹੁੰਚੋ ਫਰੈਸ਼ फूड सेंटर, नंबर 9058432224। NRI मैरिज ब्यूरो को बहुत सारे रिश्ते ने। जट सिख परिवार की लड़की है, 26 साल ओल्ड है, 5 फुट ते 4 इंच लड़की का कद है और ਉਹਦੇ ਵਾਸਤੇ ਮੈਚ ਚਾਹੀਦਾ ਜੀ ਇੰਡੀਆ ਦੇ ਵਿੱਚੋਂ। ਹਾਈਲੀ ਐਜੂਕੇਟਡ ਲੜਕਾ ਚਾਹੀਦਾ, ਕੁੜੀ ਬਹੁਤ ਐਜੂਕੇਟਡ ਪੜ੍ਹਾਈ ਕੀਤੀ ਹੋਈ ਹੈ। ਔਰ ਨੰਬਰ ਟੂ ਕਾਲ 6478886000 NRI ਮੈਰਿਜ ਬਿਊਰੋ। ਉਸ ਤੋਂ ਬਾਅਦ ਤੁਸੀਂ ਲੱਡੂ ਮੋਤੀਚੂਰ ਦੇ ਲੈਣੇ ਨੇ ਜਾਂ ਕਹਿ ਕੇ ਬਣਾਉਣੇ ਨੇ, ਮਠਿਆਈ ਵੰਨ ਸਵੰਨੀ, ਤਾਂ 499 ਰਿਲਾਸਨ ਤੇ ਮਿਗਲੌਗਲਨ ਦੇ ਏਰੀਏ ਦੇ ਵਿੱਚ ਹੈ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ। ਨੰਬਰ ਟੂ ਕਾਲ 9054506464। ਮਨ ਭਾਉਂਦਾ ਤੁਸੀਂ ਖਾਣਾ ਟੇਕ ਆਊਟ ਲੈ ਸਕਦੇ ਹੋ। ਟਿਫਨ ਸਿਸਟਮ ਅਤੇ ਅੰਮ੍ਰਿਤਸਰੀ ਫਿਸ਼ ਅਤੇ ਵਨ ਸੋਨਾ ਵੈਜ ਨੌਨ ਵੈਜ ਖਾਣਾ ਵੀ ਲਿਆ ਜਾ ਸਕਦਾ ਹੈ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ। ਡਿਜ਼ਾਰਡਨ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਦੇ ਸੇਲਸ ਮੈਨੇਜਰ ਮੋਹਿੰਦਰ ਸਿੰਘ ਨਰੋਲਾ ਜੀ ਦੀ ਤੁਸੀਂ ਗੱਲਬਾਤ ਸੁਣੀਏ। ਜੇਕਰ ਫਰਦਰ ਕੋਈ ਵੀ ਇਨਫੋਰਮੇਸ਼ਨ ਉਨ ਟੌਪਿਕਸ ਤੇ ਕਿਸੇ ਹੋਰ ਵੀ ਫਾਈਨੈਂਸ਼ੀਅਲ ਐਡਵਾਈਸ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4164184636 ਤੇ। ਰਵੀ ਗੁਲਾਟੀ ਲਾਅ ਆਫਿਸ ਰਵੀ ਜੀ ਬੈਸਟ ਸੋਲਿਸਿਟਰ ਅਤੇ ਨੋਟਰੀ ਪਬਲਿਕ ਹੈਗੇ ਨੇ। ਕਿਸੇ ਪ੍ਰਕਾਰ ਦੇ ਐਫੀਡੇਵਿਟਸ, ਡਿਕਲੇਰੇਸ਼ਨ
separation letters, sponsorship letters, power of attorney, ਤੁਸੀਂ letter of invitation ਬਣਾਉਣਾ ਚਾਹੁੰਦੇ ਹੋ, real estate ਦੀ ਕੋਈ closings, purchase, sale, refinance ਕਰਵਾਉਣਾ ਚਾਹੁੰਦੇ ਹੋ, then Ravi Gulati Law Office ਤੇ ਰਵੀ ਜੀ, number 9052328700। ਦੋਸਤੋ, ਅਗਰ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਕੰਮ ਦੀ ਤਲਾਸ਼ ਦੇ ਵਿੱਚ ਹੋ, ਡੋਲਿਆਂ ਦੇ ਵਿੱਚ ਦਮ ਹੈ ਥੋੜਾ ਜਿਹਾ ਤੇ ਕੰਕਰੀਟ ਦਾ ਕੰਮ ਕਰਨਾ ਹੈ, $15 ਤੋਂ ਲੈ ਕੇ $25 ਤੋਂ ਉੱਤੇ ਤੱਕ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਕਮਾਈ ਕਰ ਸਕਦੇ ਹੋ। ਕੰਮ ਨਹੀਂ ਮੁੱਕਦਾ, ਕੰਮ ਕਰੀ ਚਲੋ ਜਿੰਨਾ ਮਰਜ਼ੀ, ਪਰ ਜੇ ਵਿਹਲੜਾ ਵਾਂਗੂ ਤੁਰਨਾ ਫਿਰਨਾ ਤੇ ਫਿਰ ਤੁਹਾਡੀ ਮਰਜ਼ੀ ਹੈ। ਗਰਮੀਆਂ ਦੇ ਸੀਜ਼ਨ ਦੇ ਵਿੱਚ ਕੰਕਰੀਟ ਦਾ ਨਾਲੇ ਤੇ ਤੁਸੀਂ ਕੰਮ ਸਿੱਖ ਲਓਗੇ। ਇਹਨਾਂ ਨੇ ਵੀ ਕਿਤੇ ਸਿੱਖਿਆ ਹੋਣਾ ਤੇ ਅੱਜ ਫਰਮਾਂ ਚਲਾ ਰਹੇ ਨੇ। ਹਾਂਜੀ, ਬਾਟਮ ਤੋਂ ਸ਼ੁਰੂ ਹੁੰਦਾ ਬੰਦਾ। ਗ੍ਰੀਨੀ ਕੰਸਟਰਕਸ਼ਨ, ਇਹਨਾਂ ਨੂੰ ਰਾਬਤਾ ਕਾਇਮ ਕਰ ਲਿਓ। $15 ਤੋਂ ਲੈ ਕੇ $25 ਤੱਕ ਦਾ ਤੁਹਾਨੂੰ ਜਿਹੜਾ ਹੈ ਉਹ ਪ੍ਰਤੀ ਆਵਰ ਪੇ ਕੀਤਾ ਜਾਵੇਗਾ, ਪਲੱਸ ਵੈਲ ਕੁਆਲੀਫਾਈਡ ਇਹਨਾਂ ਦੇ ਜਿਹੜੇ ਕੰਕਰੀਟ ਮਾਸਟਰ ਨੇ। ਪਲੇਨ ਕੰਕਰੀਟ, ਐਗਰੀਗੇਟ ਕੰਕਰੀਟ, ਸਟੈਂਪ ਕੰਕਰੀਟ, ਲੈਂਡਸਕੇਪਿੰਗ ਤੁਸੀਂ ਕੰਮ ਕਰਾਉਣਾ ਹੈ, ਸਟੋਨ ਵਰਕ ਦਾ ਕੰਮ ਹੈ, ਲੀਗਲ ਬੇਸਮੈਂਟ ਲੀਗਲਾਈਜ਼ ਕਰਾਉਣੀ ਹੈ ਤਾਂ ਗ੍ਰੀਨੀ ਕੰਸਟਰਕਸ਼ਨ ਇੰਕ ਨਾਲ ਰਾਬਤਾ ਕਾਇਮ ਕਰ ਲਈ। ਨੰਬਰ ਹੈ 9055142021 ਤੇ ਲਓ ਅਸੀਂ ਅਕੀਦਾ ਸਾਹਿਬ ਨੂੰ ਫਿਰ ਅਗਲਾ ਸਵਾਲ ਕਰਦੇ ਹਾਂ। ਕਾਂਟੋ ਕਲੇਸ਼ ਜਿਹੜਾ ਹੈ ਇਸ ਵਕਤ ਸਿਖਰਾਂ ਤੇ ਹੈ। ਜੀ ਹਾਂ, ਕਾਂਗਰਸੀਆਂ ਦਾ ਕਾਲੀ ਫਿਰ ਵਿੱਚੋਂ ਲਾਹਾ ਲੈ ਰਹੇ ਨੇ। ਚਾਹੀਦਾ ਤਾਂ ਵੈਸੇ ਨਵਜੋਤ ਸਿੱਧੂ ਦੀ ਪਿੱਠ ਥਾਪਣੀ ਸੀ ਅਕਾਲੀਆਂ ਨੂੰ, ਜੇ ਧਰਮ ਨਿਭਾਉਣਾ ਚਾਹੁੰਦੇ ਤਾਂ। ਕਿਉਂ ਆਪਣੇ ਅਕੀਦਾ ਸਾਹਿਬ ਕਿ ਸਿੱਧੂ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ। ਅਣਪਛਾਤੀ ਪੁਲਿਸ ਸਾਹਮਣੇ ਆਉਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਬਰਗਾੜੀ ਕਾਂਡ ਦਾ ਮਸਲਾ ਉਠਾ ਰਿਹਾ, ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕਰ ਰਿਹਾ। ਇਹ ਅਸੀਂ ਵੀ ਕਹਿ ਰਹੇ ਹਾਂ, ਰਾਜਨੀਤੀ ਨੂੰ ਸਾਈਡ ਤੇ ਰੱਖ ਕੇ ਵੀ ਨਵਜੋਤ ਸਿੱਧੂ ਦੀ ਸ਼੍ਰੋਮਣੀ ਅਕਾਲੀ ਦਲ ਪੰਥਕ ਜਮਾਤ ਹੈ, ਜਿਨ੍ਹਾਂ ਦੇ ਪੰਥ ਰਤਨ, ਫਖਰੇ ਕੌਮ, ਪਦਮ ਵਿਭੂਸ਼ਣ, ਕਿਸਾਨਾਂ ਦੇ ਮਸੀਹਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਕੋਲ ਹੈ। ਦੇਸ਼ਾਂ ਦੇ ਵਿੱਚ ਤਾਂ ਨਹੀਂ, ਚਲੋ ਵਿਦੇਸ਼ਾਂ ਦੇ ਵਿੱਚ ਤਾਂ ਵੀ ਵੱਖੋ ਵੱਖਰੇ ਆਪੋ ਆਪਣੇ ਕਾਰਪੋਰੇਟ ਹੈ ਅਦਾਰੇ, ਪਰ ਭਾਰਤ ਵਿੱਚ ਤਾਂ ਉਹਨਾਂ ਦਾ ਸਿੱਕਾ ਚੱਲਦਾ। ਉਹਨਾਂ ਨੂੰ ਤਾਂ ਚਾਹੀਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈ ਇਹਦਾ ਬਹੁਤ ਵਧੀਆ ਆਵਾਜ਼ ਬੁਲੰਦ ਕਰ ਰਹੇ ਨੇ ਨਵਜੋਤ ਸਿੱਧੂ। ਹਾਂਜੀ, ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਪਿੱਠ ਥਾਪਣੀ ਚਾਹੀਦੀ ਸੀਗੀ, ਵੱਖ-ਵੱਖ ਜਥੇਦਾਰਾਂ ਨੂੰ ਪਿੱਠ ਥਾਪਣੀ ਚਾਹੀਦੀ ਸੀ, ਪਰ ਉਹ ਗੱਲ ਯਾਦ ਆ ਗਈ। ਅੱਜ ਸਰਹੰਦ ਫਤਿਹ ਦਿਵਸ ਹੈ, ਉੱਥੋਂ ਗੱਲ ਯਾਦ ਆ ਗਈ। ਮੁਕਤਸਰ ਦੀ ਪਾਵਨ ਪਵਿੱਤਰ ਧਰਤੀ ਜਿਹੜੀ ਮੈਂ ਅਕਸਰ ਸੁਣਾਇਆ ਕਰਦਾ ਹੁੰਦਾ। ਹਾਂਜੀ, ਔਰ ਮੁਕਤਸਰ ਦੀ ਉਸ ਪਾਵਨ ਪਵਿੱਤਰ ਧਰਤੀ ਦੇ ਉੱਤੇ 40 ਜਿਹੜੇ ਯੋਧੇ ਨੇ ਸ਼ਹੀਦ ਹੋਏ ਨੇ। ਮਾਤਾ ਭਾਗ ਕੌਰ ਉਹਨਾਂ ਦੇ ਵਿੱਚ ਹੈ। ਗੁਰੂ ਦੇ ਕੋਲ ਬਦਾਵਾ ਦੇ ਕੇ ਜਿਹੜੇ ਹੈ, ਛੋਟੀ ਜੀ ਸ਼ਾਰਟਕਟ ਗੱਲ ਹੈ, ਕਹਿੰਦੇ ਨੇ ਕਿ ਆਖਰੀ ਸਾਹਾਂ ਤੇ ਨੇ ਭਾਈ ਮਹਾ ਸਿੰਘ। ਭਾਈ ਮਹਾ ਸਿੰਘ ਦੀ ਪਾਕਟ ਦੇ ਵਿੱਚ ਹੈ, ਉਹਦੇ ਬਟੂਏ ਦੇ ਵਿੱਚ ਹੈ ਜਾਂ ਉਹਦੇ ਖੀਸੇ ਦੇ ਵਿੱਚ ਹੈ, ਉਹਦੇ ਕੋਲ ਹੈ ਬਦਾਵਾ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਐਨ ਮੌਕੇ ਤੇ ਆ ਕੇ ਭਾਈ ਮਹਾ ਸਿੰਘ ਨੂੰ, ਜੋ ਆਖਰੀ ਸਵਾਸਾਂ ਦੇ ਉੱਤੇ ਨੇ, ਦੁਸ਼ਮਣ ਨਾਲ ਲੋਹੇ ਨਾਲ ਲੋਹਾ ਲੈਂਦੇ, ਉਹ ਆਖਰੀ ਸਵਾਸਾਂ ਤੇ ਨੇ, ਤੇ ਪੱਟ ਤੇ ਰੱਖ ਕੇ ਕਲਗੀਆਂ ਵਾਲੇ ਪ੍ਰੀਤਮ ਕਹਿੰਦੇ ਭਾਈ ਮਹਾ ਸਿਆ ਮੰਗ ਕੀ ਮੰਗਦਾ? ਭਾਈ ਮਹਾ ਸਿਆ ਮੰਗ ਕੀ ਮੰਗਦਾ ਹੈ? ਤੇ ਭਾਈ ਮਹਾ ਸਿੰਘ ਜੋਗਾ ਸਿੰਘ ਜੋਗੀ ਕਹਿੰਦੇ ਨੇ ਕਿ ਜੇ ਉਸ ਵਕਤ ਅੱਜ ਦੇ ਜਥੇਦਾਰਾਂ ਵਾਂਗੂ ਹੁੰਦਾ ਨਾ, ਅੱਜ ਦੇ ਸੋ ਕਾਲ ਬਣਾਉਟੀ ਲੀਡਰਾਂ ਵਾਂਗੂ ਹੁੰਦਾ, ਹਾਂਜੀ, ਪਹਿਰਾਵਾ ਪਾਇਆ ਹੁੰਦਾ, ਪੰਥ ਦਾ ਨੇ ਕਹਿਣਾ ਕਲਗੀਆਂ ਵਾਲਿਆ ਜਾਨ ਬਖਸ਼ ਦੇ, ਪੰਜਾਬ ਦਾ ਬਣਾ ਦੇ ਮੁੱਖ ਮੰਤਰੀ, ਬਦਾਵਾ ਜਾਵੇ ਢੱਠੇ ਖੂਹ 'ਚ, ਮੈਨੂੰ ਤਾਂ ਬਖਸ਼। ਹਾਂ, ਬਦਾਵਾ ਪਾੜਨਾ ਹੀ, ਪਾੜਦੇ ਨਹੀਂ ਪਾੜਨਾ ਨਾ ਪੜ, ਮੈਨੂੰ ਤੂੰ ਬਖਸ਼ ਦੇ, ਮੇਰੇ ਸਵਾਸ ਬਖਸ਼ ਦੇ, ਮੈਨੂੰ ਪੰਜਾਬ ਦਾ ਮੁੱਖ ਮੰਤਰੀ। ਏਡੀ ਤਗੜੀ ਕਰਾਰੀ ਚਪੇੜ ਅੱਜ ਤੋਂ ਕਈ ਵਰੇ ਪਹਿਲਾਂ ਜੋਗਾ ਸਿੰਘ ਜੋਗੀ ਨੇ ਸਾਡੇ ਸੋ ਕਾਲ ਲੀਡਰਾਂ ਦੇ ਮੂੰਹ ਤੇ ਮਾਰੀ ਹੈ, ਪਰ ਇਹ ਬਸ਼ਰਮ ਏਡੇ ਨੇ, ਇਹਨਾਂ ਨੂੰ ਅਜੇ ਤੱਕ ਵੀ ਉਹਦੀ ਇਹੋ ਜਿਹੀਆਂ ਚਪੇੜਾਂ ਦੀ ਕੋਈ ਪਰਵਾਹ ਨਹੀਂ। ਕੀ ਕਹਿਣਾ ਚਾਹੋਗੇ? ਨਵਜੋਤ ਸਿੱਧੂ ਦਾ ਨਵਾਂ ਟਵੀਟ ਇੱਕ ਹੋਰ ਆਇਆ। ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੇ ਅਕਾਲੀ ਸਰਕਾਰ ਵੱਲੋਂ ਢਾਹੇ ਜ਼ੁਲਮਾਂ ਦੀ ਮੁਲਾਕਾਤ ਦੀ ਵੀਡੀਓ ਸ਼ੇਅਰ ਕੀਤੀ ਹੈ। ਹਾਂਜੀ, ਇਹਨਾਂ ਲੋਕਾਂ ਦੀ ਨਾ ਹਸਲ ਚ ਕਹਿੰਦੇ ਵੀ ਇਹ ਹਾਲਾਤ ਉਸ ਇਹਨਾਂ ਦੇ ਹੈਗੇ ਬਣ ਗਏ ਸੀ ਕਿ ਬਹੁਤ ਸ਼ਿੱਦਤ ਆਇਆ ਨਾ ਦੋਵਾਂ ਦੇ। ਇਹਦੀ ਉਹਨਾਂ ਦੀ ਜਿਹੜੀ ਮੁਲਾਕਾਤ ਹੋਈ ਸੀ ਬਾਅਦ ਵਿੱਚ, ਉਹ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਏਦਾਂ ਤਾਂ ਹੋਇਆ ਨਾ ਪੰਜਾਬ ਦੇ ਵਿੱਚ, ਜਿਹੜਾ ਜੋ ਤੁਸੀਂ ਕਰ ਰਹੇ ਹੋ, ਕਿਉਂ ਨਹੀਂ ਫਿਰ ਇਹਨਾਂ ਲੋਕਾਂ ਦੇ ਜਿਹੜੇ ਲੋਕ ਦੋਸ਼ੀ ਹੈਗੇ ਉਹ ਅੰਦਰ ਕੀਤੇ ਗਏ। ਤੇ ਇਹ ਬੇਅਦਬੀ ਦੇ ਮਾਮਲੇ ਦੇ ਵਿੱਚ ਕਾਫੀ ਸਿੱਧੂ ਨੇ ਟਵੀਟ ਕੀਤਾ ਹੈਗਾ। ਖੈਰ, ਇਹਦਾ ਟਵੀਟ ਤੋਂ ਟਵੀਟੀ ਤਾਂ ਗੱਲ ਚੱਲ ਰਹੀ ਹੈ ਟਾਵਰਾ ਸਾਹਿਬ ਪਰ। ਜਿਹੜੀ ਤੁਸੀਂ ਗੱਲ ਆਖੀ ਹੈ ਨਾ ਕਿ ਲੋਕਾਂ ਦੇ ਜਿਹੜੇ ਵਿਸ਼ਵਾਸ ਸੀਗੇ, ਜਿਹੜੀ ਲੋਕਾਂ ਦੀ ਆਸਥਾ ਸੀਗੀ, ਉਹ ਕਿਧਰੇ ਹੋਰ ਪਾਸੇ ਜਾ ਰਹੀ ਆ। ਅੱਜ ਇਨਸਾਨ ਨੂੰ ਵੱਡਾ ਮੰਨ ਲਿਆ ਬੰਦੇ ਨੇ,
ਇਹ ਬੰਦੇ ਨੂੰ ਵੱਡਾ ਮੰਨ ਬੈਠਾ ਬੰਦਾ, ਆਪਣੇ ਤੋਂ ਵੱਡਾ, ਤੇ ਇਸ ਕਰਕੇ ਥੋੜਾ ਜਿਹਾ ਪ੍ਰੋਬਲਮ ਆਈ ਹੈ। ਤੇ ਨਵਜੋਤ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਉਂਝ ਸੱਚੀਆਂ ਨੇ, ਸਹੀ ਨੇ, ਪਰ ਪੋਲਿਟਿਕਸ ਨਹੀਂ ਚਾਹੁੰਦੀ ਕਿ ਇਹੋ ਜਿਹੀਆਂ ਗੱਲਾਂ ਹੋਣ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਖੇਮਾ ਹੈਗਾ ਤੇ ਉਸ ਦੇ ਕਈ ਸਾਰੇ ਮੰਤਰੀ ਗੁੱਸੇ ਹੋਏ ਬੈਠੇ ਨੇ। 15 ਮੰਤਰੀਆਂ ਵਿੱਚੋਂ ਮੇਰੇ ਖਿਆਲ 'ਚ 7 ਮੰਤਰੀ 21 ਮੰਤਰੀ 7 ਮੰਤਰੀ ਦਾ ਮੇਰੇ ਖਿਲਾਫ ਹੋ ਗਏ ਉਹਦੇ ਜਿਹੜੇ ਅਮਰਿੰਦਰ ਦੇ। 7 ਮੰਤਰੀਆਂ ਨੇ ਤਾਂ ਕਹਿਤਾ, ਇੱਕ ਪਾਸੇ ਉਹ ਖਿਲਾਫ ਨਹੀਂ ਹੋ, ਇੱਕ ਪਾਸੇ ਖੜ ਗਏ ਆ ਉਹ ਚੰਨੀਆਂ ਨੂੰ ਉਹਨਾਂ ਦੇ ਵਿੱਚ ਹੈਗਾ। ਤੇ 30 ਦੇ ਕਰੀਬ ਜਿਹੜੇ ਪਛੜੇ ਹੋਏ ਅਤੇ ਦਲਿਤ MLA ਸੀਗੇ, ਉਹਨਾਂ ਦੇ 10-11 ਦੇ ਕਰੀਬ ਤਾਂ ਮੀਟਿੰਗ ਸਿੱਧੀ ਹੋਈ ਆ, ਮਿਲਵਰਤਨ ਹੋਇਆ। ਬਾਕੀਆਂ ਨੇ ਫੋਨ ਦੇ ਉੱਪਰ ਜਿਹੜੀ ਸਹਿਮਤੀ ਪ੍ਰਗਟ ਕੀਤੀ ਵੀ ਹਾਂ ਏਦਾਂ ਦੀ ਗੱਲ ਕਰਨੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਵਾਸਤੇ ਕਾਫੀ ਪ੍ਰੋਬਲਮਾਂ ਖੜੀਆਂ ਹੋਣ ਦੀ ਸੰਭਾਵਨਾ ਬਣ ਰਹੀ ਹੈ, ਪਰ ਮੁਹੰਮਦ ਸਦੀਕ ਕਹਿੰਦੇ ਆ ਕਿ ਨਹੀਂ ਜੀ ਇਹ 10-15 ਦਿਨ ਦਾ ਮਾਮਲਾ ਹੈਗਾ, ਇਹ ਖਤਮ ਹੋ ਜਾਏਗਾ। ਵੈਸੇ ਮੁਹੰਮਦ ਸਦੀਕ ਤਾਂ ਆਪਣੇ ਇਲਾਕੇ 'ਚ ਆਪ ਹੀ ਘਿਰੇ ਹੋਇਆ। ਕੁਸ਼ਲਦੀਪ ਢਿੱਲੋਂ, ਕਿੱਕੀ ਢਿੱਲੋਂ MLA ਹੈਗੇ ਆ ਉਹਨਾਂ ਦੇ ਇਲਾਕੇ ਦੇ, ਤੇ ਉਹਨਾਂ ਦੇ ਉੱਪਰ ਦੋਸ਼ ਲਾਏ ਨੇ ਮੁਹੰਮਦ ਸਦੀਕ ਨੇ। ਉਹ ਕਹਿੰਦੇ ਆ ਜੀ ਕਿੱਕੀ ਢਿੱਲੋਂ ਜਿਹੜਾ ਕੁਸ਼ਲਦੀਪ ਢਿੱਲੋਂ ਹੈਗਾ ਜੀ ਮੇਰੇ ਹਲਕੇ ਦੇ ਵਿੱਚ ਜਿਵੇਂ ਗੈਂਗਸਟਰ ਹੁੰਦੇ ਆ ਓਦਾਂ ਕੰਮ ਕਰ ਰਿਹਾ। ਮੈਂ ਆਮ ਬੰਦਾ ਹੈਗਾ, ਮੈਂ ਰਿਜ਼ਰਵ ਚੋਂ ਆਇਆ ਹੈਗਾ, ਧਰਮ ਲਫ਼ਜ਼ ਵਰਤਿਆ ਉਹਨੇ, ਰਿਜ਼ਰਵ ਚੋਂ ਆਇਆ ਹੈਗਾ। ਮੇਰੇ ਛੋਟੇ ਵਰਕਰ ਨੇ, ਗਰੀਬ ਵਰਕਰ ਨੇ, ਆਮ ਵਰਕਰ ਨੇ, ਪਰ ਕਿੱਕੀ ਢਿੱਲੋਂ ਦੇ ਬਹੁਤ ਵੱਡੇ ਅਮੀਰ ਗੈਂਗਸਟਰ ਲੋਕ ਨੇ ਜਿਹੜੇ ਕਿ ਮਨਮਰਜ਼ੀ ਕਰਨ ਲੱਗੇ ਹੋਏ ਨੇ। ਮੇਰੇ ਪ੍ਰਧਾਨ ਬਣਾਏ ਹੋਏ ਬਦਲ ਰਹੇ ਨੇ ਉਹਦਾ ਜਿਹੜਾ ਆਪਣੇ ਖੇਲੇ 'ਚ ਘੁੱਕਿਆ ਹੋਇਆ, ਪਰ ਉਸਨੇ ਨਾਲ ਇਹ ਵੀ ਕਿਹਾ ਕਿ ਥੋੜਾ ਸਮਾਂ ਹੀ ਆ ਉਹ ਖਤਮ ਹੋ ਜਾਏਗਾ। ਚੋਣਾਂ ਆ ਰਹੀਆਂ 4 ਸਾਲ ਨੇੜੇ। ਨਵਜੋਤ ਸਿੱਧੂ ਦਾ ਫਿਊਚਰ ਲੋਕ ਦੇਖ ਰਹੇ ਆ ਵੀ ਕਿਹੜੇ ਪਾਸੇ ਜਾਏਗਾ ਇਹ, ਉਹ ਲੋਕ ਦੇਖੀ ਜਾਂਦੇ ਆ ਜੇ। ਪਰ ਨਵਜੋਤ ਸਿੱਧੂ ਜੇ ਤੈਅ ਨਹੀਂ ਕਰ ਪਾ ਰਿਹਾ, ਉਹ ਗੱਲ ਵਾਕਿਆ ਕਿ ਸੁਨੀਲ ਜਾਖੜ ਜਿਹੜੇ ਪਹਿਲਾਂ ਚੁੱਪ ਕਰੇ ਬੈਠੇ ਸੀਗੇ, ਜਿਹੜੇ ਰਜਾਰੀ ਵੀ ਦੇ ਗਏ ਸੀ ਕੈਪਟਨ ਅਮਰਿੰਦਰ ਨੂੰ, ਉਹਨਾਂ ਨੇ ਅੱਜ ਕੈਪਟਨ ਅਮਰਿੰਦਰ ਦੇ ਪੱਖ ਵਿੱਚ ਬਿਆਨ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਣ ਵਾਲੇ ਇਹ ਸੋਚ ਲੈਣ ਕਿ ਇਹ ਸਹੀ ਨਹੀਂ ਕਰ ਰਹੇ ਹੋ। ਕੈਪਟਨ ਅਮਰਿੰਦਰ ਸਿੰਘ ਬਹੁਤ ਕਾਬਲ ਸਾਡੇ ਮੁੱਖ ਮੰਤਰੀ ਹੈਗੇ ਆ। ਅੱਜ ਉਹਨਾਂ ਦਾ ਇਹ ਬਿਆਨ ਆ ਗਿਆ। ਚਲੋ, ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਤੋਂ ਬਾਅਦ ਬਹਿਬਲ ਕਲਾਂ ਗੋਲੀकांड ਦੀ ਪੜਤਾਲ ਰੁਕ ਗਈ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਆਪ ਹੀ ਰੁਕ ਗਈ ਹੈ? ਹੁਣ ਸਿੱਟ ਜਿਹੜੀ ਕੈਪਟਨ ਸਾਹਿਬ ਨੇ ਬਣਾਈ ਹੈ 6 ਮਹੀਨੇ ਦਾ ਮਿਨੀਮਮ ਚੱਕਰ ਦਿਸ ਐਂਡ ਦੈਟ, ਲੱਗਦਾ ਕੁਝ ਨਿਕਲੂਗਾ? ਚਾਵਲਾ ਸਾਹਿਬ ਅਸਲ 'ਚ ਨਾ ਇਹ ਦੋ ਰਲਗੱਡ ਰਿਪੋਰਟਾਂ ਨੇ। ਇੱਕ ਤਾਂ ਇਹ ਕੋਟਕਪੂਰਾ ਗੋਲੀकांड ਦੀ, ਇੱਕ ਬਹਿਬਲ ਕਲਾਂ ਦੀ ਹੈ। ਬਹਿਬਲ ਕਲਾਂ ਦੀ ਪੜਤਾਲ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਸੀਗੀ। ਕੋਟਕਪੂਰਾ ਦੀ ਗੋਲੀकांड ਦੀ ਪੜਤਾਲ ਉਹਦੀ ਬਣਾਈ ਸੀ, ਉਹ ਰੱਦ ਕਰਤੀ ਹੈ ਹਾਈ ਕੋਰਟ ਨੇ। ਬਹਿਬਲ ਕਲਾਂ ਦੀ ਰੱਦ ਨਹੀਂ ਕੀਤੀ, ਪਰ ਉਹ ਪੜਤਾਲ ਕਰਨੀ ਸੀਗੀ। ਉਹਦੇ ਬਾਰੇ ਚਲਾਨ ਚ ਪੇਸ਼ ਹੋ ਗਏ ਸੀਗੇ, ਇੱਕ ਚਲਾਨ ਰਹਿੰਦਾ ਸੀਗਾ। ਉਹਦੇ ਵਿੱਚ ਬੜੇ ਵੱਡੇ ਬੰਦੇ, ਉਹਦੇ ਵਿੱਚ ਵੀ ਸਿਆਸੀ ਲੋਕ ਬੜੇ ਵੱਡੇ ਨੇ। ਉਹਦੇ ਬਹਿਬਲ ਕਲਾਂ ਦੇ ਨਾਮ ਦੇ ਵਿੱਚ ਵੀ ਉਹ ਵੀ ਬਹੁਤ ਖਤਰਨਾਕ ਹੈਗੀ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਬਾਅਦ ਉਹ ਰਿਪੋਰਟ ਵੀ ਬੰਦ ਹੋ ਗਈ ਹੈ। ਉਹਦੀ ਜਾਂਚ ਅਜੇ ਤੱਕ ਕਿਹਨੇ ਕੀਤੀ ਆ ਇਹ ਨਹੀਂ ਕਿਸੇ ਨੂੰ ਪਤਾ ਹੈਗਾ। ਇਹਦੀ ਕੇਸ ਪਾਇਆ ਹੋਇਆ, ਇਹਦੀ ਪੇਸ਼ੀ ਹੈਗੀ 15 ਮਈ ਦੀ ਪੇਸ਼ੀ ਅੱਗੇ ਹੈਗੀ ਆ। ਅੱਗੇ ਕੀ ਹੋਣਾ ਵੱਖਰੀ ਗੱਲ ਆ, ਪਰ ਇਹ ਇਹਦੇ ਬਾਰੇ ਸਰਕਾਰ ਨੇ ਕੁਝ ਕੀਤਾ ਹੀ ਨਹੀਂਗਾ। ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਵਜੋਤ ਸਿੱਧੂ ਬੋਲ ਨਹੀਂ ਰਿਹਾ। ਇਹਦੇ ਪਰਦੇ ਵਿੱਚ ਹੀ ਪਈ ਆ ਪੜਤਾਲ। ਇਹ ਬਹੁਤ ਵੱਡਾ ਮਾਮਲਾ ਹੈ। ਇਸ ਮਾਮਲੇ ਨੂੰ ਇੱਕ ਤਰ੍ਹਾਂ ਦਾ ਇਗਨੋਰ ਕਰਤਾ ਗਿਆ। ਕੋਟਕਪੂਰ ਦੇ ਮਾਮਲੇ ਵਿੱਚ ਦੋ ਰਲਗੱਡ ਕਰਕੇ ਰਿਪੋਰਟਾਂ, ਉਹ ਰਿਪੋਰਟ ਆਉਂਦਾ, ਇਹ ਰਿਪੋਰਟ ਆਉਂਦਾ। ਚਲੋ ਬਿਲਕੁਲ ਰਲਗੱਡ ਹੋ ਰਹੀਆਂ ਨੇ ਔਰ ਦੋਨਾਂ ਦੇ ਉੱਤੇ ਹੀ ਬੜੀ ਜਿਹੜੀ ਹੈ ਰਾਜਨੀਤੀ ਰੱਜ ਕੇ ਵੀ ਹੋ ਰਹੀ ਹੈ। ਖੈਰ ਐਨੀਵੇ, ਆਪਾਂ ਆਖਰੀ ਮੇਰਾ ਕੁਐਸਚਨ ਹੈ, ਸਮਾਂ ਬ੍ਰੇਕ ਦਾ ਹੋ ਗਿਆ ਹੈ। ਕਿਸਾਨੀ ਸੰਘਰਸ਼ ਨੂੰ 26 ਜਨਵਰੀ ਤੋਂ ਬਾਅਦ ਜੋ ਕੁਝ ਦਾ ਰੂਪ ਰੇਖਾ ਆਪਾਂ ਸਾਂਝਾ ਕਰ ਚੁੱਕੇ ਹਾਂ, ਹੁਣ ਉਹਦੇ ਵਿੱਚੋਂ ਬੜਾ ਕੁਝ ਹੋਰ ਬਾਹਰ ਨਿਕਲ ਕੇ ਆ ਰਿਹਾ। ਸੋਸ਼ਲ ਨੈਟਵਰਕ ਮੀਡੀਆ ਦੇ ਵੱਡੇ ਵੱਡੇ ਮਹਾਰਥੀ ਬੈਠੇ ਨੇ, ਪਤਾ ਹੀ ਨਹੀਂ ਲੱਗਦਾ, ਹਰ ਇੱਕ ਨਾਲ ਹੀ ਤੁਰੇ ਫਿਰਦੇ ਨੇ ਉਹ। ਹਾਂਜੀ, ਉਹ ਜਿਵੇਂ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਜਿੱਤੀ ਹੋਈ ਬਾਜੀ ਟੀਪ ਤੇ ਜਾ ਕੇ ਅੱਜ ਜਿਵੇਂ ਇਸ ਤਰੀਕੇ ਨਾਲ ਕੂਣੀ ਮੋੜ ਜਾ ਮੁੜਿਆ। ਉਹਦੇ ਵਿੱਚ ਥੋੜ੍ਹਾ ਸਮਾਂ ਟਕੈਤ ਸਾਹਿਬ ਨੇ ਜਾਣ ਪਾਈ। ਅੱਜ ਕੱਲ੍ਹ ਉਹਨਾਂ ਦੇ ਵੀ ਬਿਆਨ ਜਿਹੜੇ ਨੇ ਉਹ ਕਿਤੇ ਦਿਖਾਈ ਨਹੀਂ ਦੇ ਰਹੇ ਜਾਂ ਮੀਡੀਆ ਉਹਨਾਂ ਨੂੰ ਜਗ੍ਹਾ ਨਹੀਂ ਦੇ ਰਿਹਾ। ਅੱਜ ਸਭ ਤੋਂ ਜ਼ਿਆਦਾ ਜੇ ਵੱਡਾ ਇਸ਼ੂ ਉੱਭਰਿਆ ਹੈ ਤਾਂ ਕਿਸਾਨੀ ਸੰਘਰਸ਼ ਦੇ ਵਿੱਚ ਬੰਗਾਲ ਤੋਂ ਆਈ ਕਿਸੇ ਦੀ ਧੀ ਜਿਹੜੀ ਕੁੜੀ ਹੈ, ਉਸ ਬਾਲੜੀ ਦੇ ਨਾਲ ਕਥਿਤ ਰੇਪ ਦੀ ਘਟਨਾ, ਜਿਸ ਨੂੰ ਮੈਂ ਨਹੀਂ ਕਹਿ ਰਿਹਾ, ਕਿਸਾਨ ਸੰਘਰਸ਼ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਭਾਜਪਾ ਆਗੂ ਗਲਤ ਤਰੀਕੇ ਨਾਲ ਪੇਸ਼ਕਸ਼ ਕਰਕੇ ਸੰਘਰਸ਼ ਨੂੰ ਬਦਨਾਮ ਕਰ ਰਹੇ ਨੇ। ਕਿਹਾ ਸੰਯੁਕਤ ਕਿਸਾਨ ਮੋਰਚੇ ਨੇ ਬਾਰਡਰਾਂ ਤੇ ਮੁੜ ਲੋਕ ਜੁੜਨ ਲੱਗੇ ਨੇ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਔਰ ਗੱਲ ਇਹ ਹੈ ਕਿ
ਭਾਜਪਾ ਦੇ ਆਗੂ ਬਿਆਨ ਪਹਿਲਾਂ ਵੀ ਦਿੰਦੇ ਸੀ, ਹੁਣ ਵੀ ਦੇਣਗੇ, ਪਰ ਅਸੀਂ ਭਾਜਪਾ ਦੇ ਆਗੂਆਂ ਦੇ ਉਹਨਾਂ ਬਿਆਨਾਂ ਦੇ ਨਾਲ ਜ਼ਰੂਰ ਸਹਿਮਤੀ ਪ੍ਰਗਟ ਕਰਾਂਗੇ ਕਿ ਜੇ ਉਸ ਕੁੜੀ ਦੇ ਨਾਲ ਬਲਾਤਕਾਰ ਹੋਇਆ ਹੈ ਤੇ ਉਹਦੇ ਪਰਿਵਾਰ ਨੂੰ ਤੇ ਉਹਨੂੰ ਇਨਸਾਫ ਮਿਲਣਾ ਚਾਹੀਦਾ। ਕਿਸਾਨ ਇਹ ਕੁਝ ਆਗੂ ਇਸ ਘਟਨਾ ਨੂੰ ਸਹੀ ਮੰਨ ਵੀ ਰਹੇ ਨੇ ਔਰ ਐਕਸੈਪਟ ਵੀ ਕਰ ਰਹੇ ਨੇ ਕਿ ਘਟਨਾ ਹੋਈ ਹੈ। ਕੀ ਕਹਿਣਾ ਚਾਹੋਗੇ? ਸਾਲਾ ਸਾਹਿਬ, ਇਹ ਕੱਲ ਨਾ ਜਿਹੜੀ ਪੜਤਾਲੀਆ ਟੀਮ ਹੈਗੀ ਆ, ਪੜਤਾਲੀਆ ਟੀਮ ਨੇ ਕੱਲ ਪੁੱਛ ਕੀਤੀ ਹੈਗੀ ਆ ਜੋਗਿੰਦਰ ਯਾਦਵ ਤੋਂ। ਇੱਕ ਹੋਰ ਕੋਈ ਐਸੇ ਮਾਮਲੇ ਵਿੱਚ ਦੋਸ਼ੀ ਬਣਾਈ ਗਈ ਆ ਯੋਗਿਤਾ, ਤੇ ਜੋਗਿੰਦਰ ਯਾਦਵ ਤੋਂ ਪੁੱਛਗਿੱਛ ਕੀਤੀ ਹੈ ਕਿ ਕੀ ਮਾਮਲਾ, ਤੁਸੀਂ ਸ਼ੁਰੂ ਵਿੱਚ ਕਿਉਂ ਨਹੀਂ ਤੁਰੰਤ ਪੁਲਿਸ ਕਾਰਵਾਈ ਕਿਉਂ ਨਹੀਂ ਕੀਤੀ? ਤੋਂ ਪਤਾ ਲੱਗਿਆ ਸੀ ਕਹਿੰਦੇ ਵੀ ਸਾਡੀ ਆਪਸ ਵਿੱਚ ਗੱਲ ਚੱਲ ਰਹੀ ਸੀ। ਪਹਿਲਾਂ ਅਸੀਂ ਕਹਿ ਦਿੱਤਾ ਸੀਗਾ ਕੇਸ ਦਰਜ ਕਰਾਓ ਜੇ, ਤੇ ਸਾਡੇ ਵੱਲੋਂ ਪੜਤਾਲ ਵੀ ਕਰਨੀ ਬਣਦੀ ਸੀ। ਤੇ ਉਹਨਾਂ ਜਿਹੜੇ ਪੜਤਾਲੀਆ ਟੀਮ ਦੇ ਮੁਖੀ ਸੀਗੇ, ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜਿਹੜੀ ਯੋਗਤਾ ਹੈਗੀ ਆ ਸਾਨੂੰ ਉਹ ਕੋਆਪਰੇਟ ਨਹੀਂ ਕਰ ਰਹੀ ਇਸ ਮੁੱਦੇ ਤੇ। ਨਾਲ ਪੁਲਿਸ ਅਧਿਕਾਰੀ ਨੇ ਇਹ ਵੀ ਗੱਲ ਕਹੀ ਆ ਕਿ ਉਸ ਕੁੜੀ ਨਾਲ ਰੇਲ ਵਿੱਚ ਵੀ ਛੇੜਛਾੜ ਹੋਈ ਸੀ। ਇਹ ਵੀ ਗੱਲ ਸਾਹਮਣੇ ਆਈ। ਇਹਦੇ ਵਿੱਚ ਪੁਲਿਸ ਅਧਿਕਾਰੀ ਕਹਿ ਰਿਹਾ ਕਿ ਪੁਲਿਸ ਅਧਿਕਾਰੀ ਨੂੰ ਲੋੜ ਨਹੀਂ ਕਹਿਣ ਦੀ ਇਹ ਗੱਲ, ਤੇ ਪੁਲਿਸ ਅਧਿਕਾਰੀ ਇਹ ਕਹਿ ਰਿਹਾ ਕਿ ਉਹਨਾਂ ਦੇ ਨਾਲ ਛੇੜਛਾੜ ਹੋਈ ਸੀ ਰੇਲ ਦੇ ਵਿੱਚ। ਮਾਮਲਾ ਕਿਹੜੇ ਪਾਸੇ ਜਾਏਗਾ ਪਤਾ ਨਹੀਂ, ਇਹ ਤਾਂ ਵੱਖਰੀ ਗੱਲ ਆ। ਪੜਤਾਲ ਹੋ ਰਹੀ ਆ, ਕਰ ਰਹੇ ਆ ਪੜਤਾਲ। ਬੀਬੀ ਉਹ ਡੈਥ ਵੀ ਹੋ ਚੁੱਕੀ ਆ ਉਹ ਧੀ ਦੀ, ਤੇ ਕੇਸ ਦਰਜ ਹੋ ਚੁੱਕਿਆ। ਚਲੋ ਪੜਤਾਲ ਵੀ ਚੱਲ ਰਹੀ ਆ, ਗੱਲ ਵੱਖਰੀ ਆ। ਪਰ ਜੋ ਕਿਸਾਨਾਂ ਦੇ ਵਿੱਚ ਇਸ ਗੱਲ ਦਾ ਜ਼ਰੂਰ ਚਰਚਾ ਹੈ ਜ਼ਰੂਰ ਵੀ ਇਹ ਏਦਾਂ ਨਹੀਂ ਹੋਣਾ ਚਾਹੀਦਾ ਸੀਗਾ। ਜੇਕਰ ਹੋਇਆ ਤਾਂ ਗਲਤ ਹੋਇਆ ਹੈਗਾ। ਚਾਵਲਾ ਸਾਹਿਬ ਕਿਸਾਨ ਬਾਰਡਰਾਂ ਤੇ ਬੈਠੇ, ਚਾਵਲਾ ਸਾਹਿਬ ਪਹੁੰਚ ਗਏ ਆ ਬਾਰਡਰਾਂ ਦੇ, ਬਹੁਤ ਜ਼ਿਆਦਾ ਪਹੁੰਚੇ ਆ, ਵੱਡੇ ਪੱਧਰ ਤੇ ਪਹੁੰਚੇ ਆ। ਹੁਣ ਗਰਮੀ ਵੀ ਆਪਣਾ ਰੰਗ ਦਿਖਾ ਰਹੀ ਆ। ਝੋਨਾ ਲੱਗਣਾ ਸੀਗਾ ਪਹਿਲਾਂ, ਪਰ 10 ਜੂਨ ਦੀ ਤਰੀਕ ਰੱਖਤੀ ਹੈ ਪੰਜਾਬ ਸਰਕਾਰ ਨੇ, ਕਿਉਂਕਿ ਬਿਜਲੀ ਫ੍ਰੀ ਦੇਣੀ ਆ। ਬਿਜਲੀ ਫ੍ਰੀ ਤਾਂ ਫਿਰ 10 ਜੂਨ ਤੋਂ ਸ਼ੁਰੂ ਹੋਣੀ ਆ, 8 ਘੰਟੇ ਬਿਜਲੀ, 8-10 ਘੰਟੇ। ਇਸ ਕਰਕੇ ਵੀ 10 ਜੂਨ ਤੋਂ ਝੋਨਾ ਲੱਗੇਗਾ ਪੰਜਾਬ ਦੇ ਵਿੱਚ। ਕਿਸਾਨ ਝੋਨਾ ਲਾਉਣ ਵਾਸਤੇ ਵੀ ਆਉਣਗੇ। ਪ੍ਰੋਬਲਮ ਆਉਣੀ ਆ, ਇਹ ਵੀ ਪ੍ਰਵਾਸੀ ਮਜ਼ਦੂਰ ਘਰੇ ਜਾ ਰਹੇ ਨੇ, ਤੇ ਉਹਨਾਂ ਝੋਨਾ ਲਾਉਣ ਵਾਸਤੇ ਮਜ਼ਦੂਰਾਂ ਦੀ ਕਮੀ ਵੀ ਆਉਣੀ ਆ। ਕਿਸਾਨਾਂ ਨੂੰ ਇਹ ਵੀ ਸਖਤ ਘੇਰੇਗਾ ਇਹਨਾਂ ਦਿਨਾਂ ਦੇ ਵਿੱਚ। ਅਕੀਦਾ ਸਾਹਿਬ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਹੈ ਤੇ ਸਾਨੂੰ ਤਰਵਾਸਾ ਦੇਣ ਵਾਸਤੇ ਭਾਈ ਜੀ, ਪੰਡਿਤ ਜੀ, ਕਥਾਵਾਚਕ ਬੜੀ ਸੋਹਣੀ ਕਥਾ ਕਰਕੇ ਸਾਡਾ ਉਸ ਵਕਤ ਮਨ ਜਿਹੜਾ ਨਾ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਕਿ ਇਹ ਪ੍ਰਾਣੀ ਤੂੰ ਇਸ ਸੰਸਾਰ 'ਤੇ ਆਇਆ, ਸਾਡੇ ਇਸ ਸੰਸਾਰ ਦੇ ਉੱਤੇ ਮਾਤ ਲੋਕ ਦੇ ਵਿੱਚ ਉਹ ਰਹਿਬਰ ਵੀ ਚਲੇ ਗਏ। ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜੋ ਸੰਸਾਰ। ਕਹਿੰਦੇ ਨੇ ਕਿ ਮਰਨ ਲਿਖਾਏ ਮੰਡਲ ਮੇ ਆਏ, ਜੋ ਉਪਜਿਓ ਸੋ ਬਿਨਸ ਹੈ ਪਰ ਉਹ ਅੱਜ ਕੇ ਘਰ। ਜਾਣਾ ਸਾਰਿਆਂ ਨੇ, ਸਾਨੂੰ ਤਰਵਾਸਾ ਦਿੱਤਾ ਜਾਂਦਾ। ਅਸੀਂ ਆਪਣੇ ਧਾਰਮਿਕ ਰਹੁ ਰੀਤਾਂ ਦੇ ਮੁਤਾਬਕ ਆਪਣਾ ਜਿਹੜਾ ਅਜੀਜ਼ ਹੈ ਉਸ ਨੂੰ ਵਿਦਾ ਕਰਦੇ ਹਾਂ। ਹਾਂਜੀ, ਇੱਕ ਮੌਕਾ ਇਹੋ ਜਿਹਾ ਵੀ ਆ ਜਾਂਦਾ, ਬਜ਼ੁਰਗ 100 ਸਾਲ ਦਾ ਹੁੰਦਾ ਸੀ, ਜੰਮਣ ਵੇਲੇ, ਉਹਦੇ ਵਿਆਹ ਵੇਲੇ, ਉਹਦੇ ਪੈਦਾ ਹੋਣ ਵੇਲੇ ਮਾਂ-ਬਾਪ ਖੁਸ਼ੀਆਂ ਮਨਾਉਂਦੇ ਆ, ਅਰਦਾਸ ਕਰਾਉਂਦੇ ਆ ਗੁਰਦੁਆਰਾ ਸਾਹਿਬ ਭਾਈ ਜੀ ਕੋ ਜਾ ਕੇ ਹੁਕਮਨਾਮਾ ਲੈ ਕੇ ਅਸੀਂ ਨਾਂ ਰੱਖਦੇ ਹਾਂ ਬੱਚੇ ਬੱਚੀ ਦਾ। ਇੱਕ ਸਮਾਂ ਇਹੋ ਜਿਹਾ ਵੀ ਅਸੀਂ ਅੱਖਾਂ ਨਾਲ ਵੇਖਿਆ ਹੈ, ਕੰਨਾਂ ਦੇ ਵਿੱਚ ਉਹ ਵੀ ਅਰਦਾਸ ਸੁਣੀ ਹੈ ਕਿ ਸੱਚੇ ਪਾਤਸ਼ਾਹ ਇਹ ਹੁਣ ਸਾਡਾ ਜਿਹੜਾ ਬਜ਼ੁਰਗ ਹੈ ਇਸ ਨੂੰ ਤੁਸੀਂ ਹੁਣ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਸਾਹ ਉਹ ਲੈ ਰਿਹਾ ਹੁੰਦਾ, ਸਾਹ ਉਹਦੇ ਚੱਲ ਰਹੇ ਹੁੰਦੇ ਆ, ਉਹਦੇ ਅੰਦਰ ਆਕਸੀਜਨ ਜਾ ਰਹੀ ਹੁੰਦੀ ਆ, ਪਰ ਉਹਦਾ ਸਰੀਰ ਬੇਬਸ ਹੋਇਆ ਹੁੰਦਾ, ਬੇਸੁੱਧ ਹੁੰਦਾ ਹੈ। ਹਾਂਜੀ, ਅਸੀਂ ਅਰਦਾਸ ਕਰਦੇ ਹਾਂ, ਪਰ ਮੌਤ ਅਟਲ ਹੈ, ਉਹਨੇ ਆਪਣੇ ਮੌਕੇ 'ਤੇ ਆਉਣਾ ਹੈ, ਉਹਨੇ ਹੋਣੀ ਨੇ ਆਪਣਾ ਉਸ ਵਕਤ ਹੀ ਜਲਵਾ ਦਿਖਾਉਣਾ ਜਦੋਂ ਉਹਦਾ ਦਿਲ ਕਰਦਾ। ਹਾਂਜੀ, ਜਦੋਂ ਉਹਨੇ ਲੈ ਕੇ ਜਾਣਾ। ਕੱਲ ਤੁਸੀਂ ਦੱਸੀ ਸੀ ਖਬਰ ਕਿ ਡਾਕਟਰ ਨੇ ਮਰਿਆ ਘੋਸ਼ਿਤ ਕਰ ਦਿੱਤਾ, ਲੜਕੀ ਮਾਂ ਪਿਓ ਦੇ ਗੱਲ ਨਾਲ ਲੱਗੀ ਤੇ ਬਜ਼ੁਰਗ ਤੇ ਸਵਾਸ ਚੱਲਣ ਲੱਗ ਪਏ। ਹਨਾ, ਕੋਰੋਨਾ ਤੋਂ ਬਾਅਦ ਬਲੈਕ ਫੰਗਸ ਬਿਮਾਰੀ ਦਾ ਕਹਿਰ ਮਹਾਰਾਸ਼ਟਰ ਵਿੱਚ, ਹੁਣੇ ਖਬਰ ਸਾਂਝੀ ਕਰਕੇ ਹਟਿਆ, 2000 ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਬਲੈਕ ਫੰਗਸ। ਦੂਜੇ ਪਾਸੇ ਬਿਹਾਰ, ਆ ਤਸਵੀਰਾਂ ਦੇਖਣ ਵਾਲੀਆਂ ਨੇ ਦੋਸਤੋ, ਬਕਸਰ ਨੇੜੇ ਚੌਸਾ ਨਜ਼ਦੀਕ ਗੰਗਾ ਵਿੱਚ 70 ਲਾਸ਼ਾਂ ਦਾ ਭੇਤ ਅਧਿਕਾਰੀ ਝਾੜ ਰਹੇ ਨੇ ਪੱਲਾ। ਇਹ ਉਹ ਦੇਖੋ ਅੰਜੂ ਜੀ, ਤੁਸੀਂ ਵੀ ਦੇਖੋ ਵੱਡੀ ਸਕਰੀਨ ਤੇ, ਕੁੱਤੇ ਖਾ ਰਹੇ ਨੇ ਇਨਸਾਨ ਨੂੰ। ਕੁੱਤੇ, ਦੇਖੀ ਨਹੀਂ ਜਾਂਦੀ ਤਸਵੀਰ, ਇਹ ਕੁੱਤੇ ਖਾ ਰਹੇ ਨੇ, ਗਲਿੰਜਾਂ ਖਾ ਰਹੀਆਂ ਨੇ। ਇਹ ਤਸਵੀਰ ਕੋਈ ਆਰਟੀਫਿਸ਼ੀਅਲ ਡਰਾਇੰਗ ਨਹੀਂ ਗੀ, ਇਹ ਸੱਚਾਈ ਹੈ। ਤੇ ਜੇ ਕੋਈ ਇਹਨੂੰ ਕਵੇ ਕਿ ਇਹ ਨੈਗੇਟਿਵਿਟੀ ਹੈ ਤੇ ਲੱਖ ਲਾਹਨਤ ਫੇ ਉਹਦੀ ਸੋਚਦੇ ਵੀ ਆ ਉੱਥੇ ਕੁਝ ਹੋ ਰਿਹਾ ਹੈ। ਇਹ ਮਰਨ ਵਾਲੇ ਇਹਨਾਂ ਨੇ ਕਿਤੇ ਨਾ ਕਿਤੇ ਉਸ ਦੇਸ਼ ਦੇ ਵਿੱਚ ਚੁਣੀ ਹੋਈ ਸਰਕਾਰ ਨੂੰ 20 ਵੋਟਾਂ ਪਾਈਆਂ ਹੋਣਗੀਆਂ ਤੇ ਦੇਸ਼ ਦੀ ਤਰੱਕੀ ਦੇ ਵਿੱਚ ਵੀ ਇਹਨਾਂ ਦੇ ਵੱਡ ਵਡੇਰਿਆਂ ਨੇ
ਕਿਤੇ ਨਾ ਕਿਤੇ ਯੋਗਦਾਨ ਪਾਇਆ ਹੋਊਗਾ। ਅੱਜ ਇਹ ਹਾਲਾਤ ਹੈ ਬੰਦੇ ਦਾ ਉੱਥੇ ਪੂਰਨ ਸੰਸਕਾਰ ਕਰਨ ਵਾਸਤੇ ਲੱਕੜ ਨਹੀਂ ਹੈ। ਪਰ ਮਾਫ ਕਰਨਾ, ਤੁਸੀਂ ਪਰਸੋਂ ਵੀ ਖਬਰ ਸੁਣਾਈ ਸੀ ਕਿ ਇਹਨਾਂ ਦੇ ਕਿਰਿਆ ਕਰਮ, ਇਹਨਾਂ ਦੀ ਜਿਹੜੀ ਪਾਠ ਪੂਜਾ ਕਰਨ ਵਾਸਤੇ ਉਸ ਭਾਈ ਨੇ, ਉਸ ਪੰਡਤ ਨੇ ਤਾਂ ਉਸ ਜਿਹੜੇ ਲੱਕੜ ਵਾਲੇ ਨੇ ਪੈਸੇ ਪੂਰੇ ਲਏ ਹੋਣਗੇ, ਪੂਰੇ ਲਏ ਹੋਣਗੇ। ਆ ਹਾਲਾਤ ਆ ਉੱਥੇ, ਕੀ ਕਹਿਣਾ ਚਾਹੋਗੇ? ਸਰਦਾਰ ਸਾਹਿਬ ਉੱਥੇ ਨਾ ਜਾਤੀ ਭੇਦ, ਇਲਾਕਾ ਭੇਦ ਵੀ ਸਾਹਮਣੇ ਆ ਗਿਆ ਉੱਥੇ। ਬਿਹਾਰ ਵਾਲੇ ਕਹਿੰਦੇ ਲਾਸ਼ਾਂ ਸਾਡੀਆਂ ਹੈਗੀਆਂ, ਯੂਪੀ ਵਾਲੇ ਸਾਡੀਆਂ ਹੈਗੀਆਂ, ਪਤਾ ਨਹੀਂ ਕਿੱਥੋਂ ਆ ਗਈਆਂ ਲਾਸ਼ਾਂ। ਅਸੀਂ ਆਪਸ ਵਿੱਚ ਹੀ ਲੜਾਈ ਲੜਨ ਲੱਗ ਪਏ। ਮੀਂਹ ਪੈ ਗਿਆ ਉੱਤੋਂ, ਮੀਂਹ ਪੈ ਗਿਆ, ਗੜਿਆਂ ਗੁੜਿਆਂ ਦਾ ਮੀਂਹ ਸੁਣਦੇ ਆ, ਇਹ ਮੀਂਹ ਪੈ ਗਿਆ। ਲਾਸ਼ਾਂ ਕਿਹਦੀਆਂ ਨੇ, ਕਿੱਥੋਂ ਆਈਆਂ ਲਾਸ਼ਾਂ? DNA ਟੈਸਟ ਕਿਉਂ ਕਰੋ ਇਹਦਾ, ਕਿਹੜੀ ਲਾਸ਼ਾਂ? ਇਹ ਭੇਦ ਵੀ ਆ ਰਹੇ ਨੇ। ਇੱਕ ਤਾਂ ਸ਼ੁਰੂ ਕੀਤੀ ਹੈ ਬਲੈਕ ਫੰਗਸ ਦੀ ਚੱਲਦਾ ਤਾਂ। ਬਲੈਕ ਫੰਗਸ ਤੋਂ ਮਹਾਰਾਸ਼ਟਰ 2000 ਦੇ ਕਰੀਬ ਮਰੀਜ਼ ਆਏ, 2 ਮੌਤਾਂ ਵੀ ਹੋਈਆਂ ਨੇ। ਬਲੈਕ ਫੰਗਸ ਨਾ ਕਰੋਨਾ ਤੋਂ ਬਾਅਦ ਹੁੰਦੀ ਹੈ ਇਨਸਾਨ ਬੰਦੇ ਨੂੰ। ਜੇ ਕਰੋਨਾ ਹੋ ਜਾਵੇ ਜਾਂ ਵੈਸੇ ਵੀ ਬਲੈਕ ਫੰਗਸ ਆ ਸਕਦੇ ਤੁਹਾਡੇ, ਉਹ ਹੱਡੀ ਨਾ ਇੱਥੇ ਅੱਖਾਂ ਦੀ ਹੱਡੀਆਂ ਨੂੰ ਜਕੜਦੀ ਆ, ਅੰਨੀਆਂ ਅੱਖਾਂ ਕਰ ਦਿੰਦੀ ਆ। ਉਹ ਬਲੈਕ ਕਾਲਾ ਹੋ ਜਾਂਦਾ ਇੱਥੇ ਸਾਰਾ ਕੁਝ। ਨੱਕ ਜਿਹੜਾ ਹੈਗਾ ਉਹ ਬਿਲਕੁਲ ਹੀ ਖੁਸ਼ਕ ਹੋ ਜਾਂਦਾ, ਅੰਦਰੋਂ ਕਾਲਾਪਣ ਹੋ ਜਾਂਦਾ ਨੱਕ ਦਾ, ਸੁੰਗੜ ਦਾ ਨੱਕ, ਬੰਦੇ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀ ਬੜੀ ਖਤਰਨਾਕ ਆ ਰਹੀ। ਇਹ ਬਲੈਕ ਫੰਗਸ ਜਿਹੜੀ ਹੈਗੀ ਹੈ ਭਾਰਤ ਵਿੱਚ ਇਹ ਪਨਪ ਰਹੀ ਬਿਮਾਰੀ, ਇਸ ਵਾਲੇ ਪਾਸੇ ਵੀ ਧਿਆਨ ਨਹੀਂ ਦੇ ਰਹੀ ਸਰਕਾਰ। ਇਹ ਬੜੀ ਖਤਰਨਾਕ ਬਿਮਾਰੀ ਸਾਹਮਣੇ ਆ ਰਹੀ ਹੈ। ਬੜੇ ਵੱਡੇ ਅਖਬਾਰ ਦੀ ਰਿਪੋਰਟ ਆਈ ਜੀ। ਚਲੋ ਬਹੁਤ ਬਹੁਤ ਸ਼ੁਕਰੀਆ। ਵੈਸੇ ਕਹਿੰਦੇ ਨੇ ਕਿ ਰੀੜ੍ਹ ਦੀ ਹੱਡੀ ਤੋਂ ਬਗੈਰ ਇੱਕ ਸਾਡੇ ਸਰੀਰ ਦੇ ਵਿੱਚ ਪਾਰਟ ਹੈ, ਉਹ ਬੜੇ 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 ਗੁੱਲ ਖਿਲਾਉਂਦਾ। ਹਾਂਜੀ, ਰੀੜ੍ਹ ਦੀ ਹੱਡੀ, ਜਿਹੜੀ ਹੱਡੀ ਤੋਂ ਬਗੈਰ ਸਾਡੇ ਸਰੀਰ 'ਚ ਇੱਕ ਪਾਰਟ ਹੈ, ਜਿਹੜੀ ਤੋਤੋ ਕਹਿੰਦੇ ਜਿਹਨੂੰ ਅਸੀਂ ਆ ਜੋ ਬੋਲਦੇ ਹਾਂ, ਟੰਗ। ਹਾਂਜੀ, ਕੰਟਰੋਵਰਸੀ ਕਵੀਨ ਕੰਗਣਾ ਦੀ ਟੰਗ ਫਿਸਲੀ ਹੈ। ਕਈ ਬ੍ਰਾਂਡ ਗਏ ਨੇ ਹੱਥੋਂ, ਕਮਾਈ ਖੁੱਸ ਗਈ ਹੈ, ਘਟ ਗਈ ਹੈ। ਖੁਦ ਹੀ ਕੀਤਾ ਖੁਲਾਸਾ ਕਰਦਿਆਂ ਥਰੂ ਵੀ ਭਾਏ ਕਿ ਮਤਲਬ ਵੈਸੇ ਹੀ ਖੁਲਾਸਾ ਕਰਤਾ। ਇੰਸਟਾਗ੍ਰਾਮ ਨੇ ਵੀ ਕੰਗਣਾ ਦੀ ਪੋਸਟ ਡਿਲੀਟ ਕਰ ਦਿੱਤੀ ਹੈ। ਦੁਖੀ ਬਹੁਤ ਜ਼ਿਆਦਾ था। ਉਹ ਕਹਿੰਦੀ ਹੈ ਵੀ ਮੇਰੇ ਜਿਹੜੇ ਕਿਸਾਨਾਂ ਤੋਂ ਬਾਅਦ ਨਾ ਮੇਰਾ ਜਿਹੜੀਆਂ ਮੈਂ ਜੋ ਗੱਲਾਂ ਕੀਤੀਆਂ ਨੇ ਉਸ ਤੋਂ ਬਾਅਦ ਮੇਰੇ ਬਿਜ਼ਨਸ 'ਚ ਘਾਟਾ ਬਹੁਤ ਪਿਆ। ਤੇ 18 ਦੇ ਕਰੀਬ ਬ੍ਰਾਂਡ ਸੀ ਕੋਲ, 15 ਖੁੱਸ ਗਏ ਨੇ, 3 ਰਹਿ ਗਏ ਆ ਕੋਲ। ਤਿੰਨਾਂ ਦਾ ਵੀ 3 ਜੋ ਵੱਡੇ ਨੇ, ਨਹੀਂ ਆਮ ਬ੍ਰਾਂਡ ਹੀ ਨੇ। ਲੋਕਾਂ ਨੇ ਉਹ ਬ੍ਰਾਂਡ ਦੇਣੇ ਬੰਦ ਕਰ ਦਿੱਤੇ ਆ। ਬ੍ਰਾਂਡ ਬੜੇ ਕਮਾਈ ਬੜੀ ਜ਼ਿਆਦਾ ਸੀ ਉਹਦੀ, ਚੌਰਾ ਸਾਹਿਬ ਇਹਦੀ ਜਿਹੜੀ ਕਿ ਚੱਲਣ ਵਾਲੀ, ਤੇ ਉਹਨੂੰ ਬ੍ਰਾਂਡ ਖੁੱਸ ਗਏ ਹੈਗੇ ਆ। ਇੰਸਟਾਗ੍ਰਾਮ ਦੇ ਵਿੱਚ ਪੋਸਟ ਪਾਈ ਸੀ ਉਹਨੇ ਆਪਣੇ ਕਰੋਨਾ ਪੋਜ਼ਿਟਿਵ ਹੋਣ ਦੀ। ਮੈਂ ਕਰੋਨਾ ਨੂੰ ਦੱਬ ਦਿਆਂਗੀ, ਕਰੋਨਾ ਨੂੰ ਮਾਰ ਦਿਆਂਗੀ, ਮੈਨੂੰ ਕਰੋਨਾ ਹੋ ਗਿਆ। ਸਰ ਹੋਇਆ ਜਾਂ ਨਹੀਂ ਹੋਇਆ ਪਤਾ ਨਹੀਂ। ਉਹਨੇ ਪਾਈ ਸੀ ਪੋਸਟ ਆਪਣੀ, ਮੈਂ ਆਈਸੋਲੇਟ ਕਰ ਲਿਆ ਆਪਣੇ। ਹੁਣ ਕਰੋਨਾ ਦੀ ਉਸ ਪੋਸਟ ਨੂੰ ਇੰਸਟਾਗ੍ਰਾਮ ਨੇ ਵੀ ਕੱਢਤਾ। ਉਹ ਵੀ ਕਹਿੰਦੇ ਪਤਾ ਨਹੀਂ ਕਿਉਂ ਕੱਢਤਾ, ਕਹਿੰਦੇ ਮੈਨੂੰ ਬਾਅਦ ਚੋਂ ਕਹਿੰਦੀ ਆ ਵੀ ਪਤਾ ਨਹੀਂ ਮੇਰੇ ਤੋਂ ਕੀ ਗਲਤੀ ਹੋਈ ਆ, ਉੱਥੇ ਵੀ ਕੱਢਤਾ ਗਿਆ ਮੈਨੂੰ। ਮਤਲਬ ਥੋੜੀ ਜਿਹੀ ਫਾਇਦਾ ਹੋਈ ਆ ਕੰਗਣਾ। ਚਲੋ, ਬਿਗੜੀ ਹੋਈ ਕੁੜੀ ਨਾ, ਬਿਗੜੀ ਹੋਈ ਥੋੜੀ ਜਿਹੀ ਫਾਇਦਾ ਹੋਈ ਆ। ਚਲੋ, ਫਾਇਦਾ ਅੱਗੇ ਹੋਰ ਵੀ ਹੋਊਗੀ। ਲਾਲਚੰਦ ਯਮਲਾ ਜੀ ਨੇ ਗੀਤ ਗਾਇਆ, ਸੰਭਲ ਸੰਭਲ ਚੱਲ ਮਟਿਆਰੇ। ਜਿਹੜਾ ਵਕਤ ਜਿਹੜਾ ਨਾ ਨਿਕਲਦਾ ਜਾਂਦਾ ਹੈ। ਸਦਾ ਹੁਸਨ ਜਵਾਨੀ ਮਾਪੇ 3 ਰੰਗ ਨਹੀਂ ਲੱਭਣੇ। ਹੁਸਨ ਜਵਾਨੀ ਮਾਪੇ 3 ਰੰਗ ਨਹੀਂ ਲੱਭਣੇ। ਅੱਜ ਹੁਸਨ ਹੈ ਬੀਬਾ ਤੇਰੇ ਉੱਤੇ, ਆਪਣੀ ਜ਼ਬਾਨ ਨੂੰ ਸੰਭਾਲ ਕੇ ਚੱਲੇਗੀ ਤੇ ਜ਼ਿੰਦਗੀ ਦੇ ਅਗਲੇ ਪੰਧ ਜਿਹੜੇ ਨੇ ਉਹ ਕਾਮਯਾਬੀ ਵਾਲੇ ਨੇ। ਜੇ ਤੁਸੀਂ ਇੱਕ ਨੂੰ ਟਾਰਗੇਟ ਕਰੀ ਚੱਲੋਗੇ ਤਾਂ ਉਹ ਮਾੜੀ ਗੱਲ ਹੈ। ਹਾਂਜੀ, ਸੋਚੋ ਬੋਲਣ ਤੋਂ ਪਹਿਲਾਂ। ਇਹ ਅਸੀਂ ਨਹੀਂ ਕਹਿੰਦੇ, ਇਹ ਸਾਰੇ ਧਾਰਮਿਕ ਗ੍ਰੰਥ ਵੀ ਸਾਨੂੰ ਕਹਿੰਦੇ ਨੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਗੀਤਾ ਸਾਹਿਬ। ਸ਼ੁਕਰੀਆ, ਧੰਨਵਾਦ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।